ਹੈਲੋ एवरीवन ਮੋਸਟ ਵੈਲਕਮ ਟੂ ਆਵਰ ਚੈਨਲ ਰਾਈਟ ਔਨ। ਜੇ ਤੁਸੀਂ ਵੀ ਪ੍ਰੈਪਰੇਸ਼ਨ ਕਰ ਰਹੇ ਹੋ ਪੀਐਸ ਟੈਟ ਦੇ ਲਈ ਜਾਂ ਸੀ ਟੈਟ ਦੇ ਲਈ ਤਾਂ ਜਰੂਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ। ਇਹ ਤੁਹਾਡੇ ਲਈ ਬਹੁਤ ਹੀ ਬੈਨੀਫੀਸ਼ੀਅਲ ਹੋਣ ਵਾਲਾ ਹੈ। ਅੱਜ ਆਪਾਂ ਕੰਟੀਨਿਊ ਕਰਦੇ ਹਾਂ ਸੀਡੀਪੀ ਦੇ ਸਿਲੇਬਸ ਨੂੰ। ਠੀਕ ਹੈ ਜੀ, ਜੋ ਸਟੇਜਸ ਸੀਗੀਆਂ ਪੀਐਸ ਟੈਟ ਦੇ ਲਈ ਰਹਿਣ ਵਾਲਾ ਹੈ, ਸਪੈਸ਼ਲੀ ਸੀ ਟੈਟ ਦੇ ਲਈ ਵੀ ਯੂਜ਼ਫੁਲ ਹੋਏਗਾ। ਠੀਕ ਹੈ ਜੀ, ਸੀਡੀਪੀ ਦੀ ਅਗਰ ਆਪਾਂ ਗੱਲ ਕਰੀਏ ਤਾਂ ਸੀਡੀਪੀ ਆਪਾਂ ਕਰ ਰਹੇ ਸੀ ਜਿਹਦੇ ਵਿੱਚ ਆਪਾਂ ਹਿਸਟਰੀ ਆਫ ਸਾਈਕੋਲੋਜੀ ਕੰਪਲੀਟ ਕਰ ਚੁੱਕੇ ਹਾਂ, ਜੋ ਕਿ ਆਪਣਾ ਪਹਿਲਾ ਟੌਪਿਕ ਸੀ। ਕੀ ਸਿਲੇਬਸ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਮਤਲਬ ਮਿਲ ਜਾਏਗੀ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਫਿਰ ਇਸ ਚੈਨਲ 'ਤੇ ਅਵੇਲੇਬਲ ਨਜ਼ਰ ਆਏਗੀ। ਉਸ ਤੋਂ ਬਾਅਦ ਆਪਣੇ ਜੋ ਟੌਪਿਕ ਸੀ, ਸੈਕਿੰਡ ਟੌਪਿਕ ਉਹ ਸੀ ਗਰੋਥ ਐਂਡ ਡਿਵੈਲਪਮੈਂਟ, ਜਿਹਦੇ ਵਿੱਚ ਆਪਾਂ ਡਿਵੈਲਪਮੈਂਟ ਦੀਆਂ ਸਟੇਜਸ ਨੂੰ ਕਵਰ ਕਰ ਰਹੇ ਸੀ। ਚਾਈਲਡਹੁੱਡ ਤੇ ਇਨਫੈਂਸੀ ਪੀਰੀਅਡ ਆਪਾਂ ਕੰਪਲੀਟ ਕਰ ਚੁੱਕੇ ਸੀ। ਚਾਈਲਡਹੁੱਡ ਦੇ ਦੋਨੋਂ ਟਾਈਪਸ ਆਪਾਂ ਕਰ ਚੁੱਕੇ ਸੀ, ਲੇਟਰ ਚਾਈਲਡਹੁੱਡ ਐਂਡ अर्ਲੀ ਚਾਈਲਡਹੁੱਡ। ਠੀਕ ਹੈ ਜੀ, ਉਸ ਤੋਂ ਬਾਅਦ ਅੱਜ ਆਪਾਂ ਅੱਗੇ ਵਧਾਂਗੇ, ਅਡੋਲਸੈਂਸ ਦੇਖਾਂਗੇ। ਮਤਲਬ ਕਿਤੇ ਨਾ ਕਿਤੇ ਅੱਜ ਤੁਹਾਡਾ ਮੋਸਟਲੀ ਜੋ ਡਿਵੈਲਪਮੈਂਟ ਦਾ ਟੌਪਿਕ ਉਹ ਕੰਪਲੀਟ ਹੋ ਜਾਏਗਾ। ਸਿਰਫ ਇੱਕ ਪੁਆਇੰਟ ਰਹਿ ਜਾਏਗਾ ਜੋ ਕਿ ਹੈ ਪ੍ਰਿੰਸੀਪਲਸ ਆਫ ਡਿਵੈਲਪਮੈਂਟ, ਉਹ ਨੈਕਸਟ ਵੀਡੀਓ ਦੇ ਵਿੱਚ ਕੰਪਲੀਟ ਕਰ ਦੇਵਾਂਗੇ। ਠੀਕ ਹੈ ਜੀ, ਅੱਜ ਤੁਹਾਡਾ ਅੱਜ ਜਾਂ ਕੱਲ੍ਹ ਦੇ ਵਿੱਚ ਲਗਾ ਕੇ ਤੁਹਾਡਾ ਜੋ ਸੈਕਿੰਡ ਟੌਪਿਕ ਵੀ ਆ ਉਹ ਸੀਡੀਪੀ ਦੇ ਲਈ ਜੋ ਪੀਐਸ ਟੈਟ ਤੇ ਸੀ ਟੈਟ ਦੇ ਸਟੂਡੈਂਟਸ ਨੇ, ਠੀਕ ਹੈ, ਉਹਨਾਂ ਲਈ ਪੂਰਾ ਦਾ ਪੂਰਾ ਸੈਸ਼ਨ ਹੈ ਔਰ ਉਹਨਾਂ ਦਾ ਸੈਕਿੰਡ ਟੌਪਿਕ ਅੱਜ ਕੰਪਲੀਟ ਅੱਜ ਜਾਂ ਕੱਲ੍ਹ ਦੇ ਵਿੱਚ ਹੋ ਜਾਏਗਾ। ਤਾਂ ਬਿਲਕੁਲ ਅੱਗੇ ਕੰਟੀਨਿਊ ਕਰਦੇ ਆ ਬਿਨਾਂ ਟਾਈਮ ਵੇਸਟ ਕੀਤੇ। ਤਾਂ ਜੇ ਤੁਸੀਂ ਵੀ ਪ੍ਰੈਪਰੇਸ਼ਨ ਕਰ ਰਹੇ ਹੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰਾਮ ਦੇ ਉੱਪਰ, ਫੇਸਬੁੱਕ ਦੇ ਉੱਪਰ, ਜਾਂ ਫਿਰ ਸਾਡਾ ਜੋ ਟੈਲੀਗ੍ਰਾਮ ਚੈਨਲ ਹੈ ਉਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਤਿੰਨਾਂ ਦਾ ਜੋ ਲਿੰਕ ਹੈ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਨਜ਼ਰ ਆਏਗਾ। ਇਹ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਏਗਾ। ਤੁਹਾਡਾ ਕੋਈ ਵੀ ਡਾਊਟ ਹੈ ਤੁਸੀਂ ਸਾਨੂੰ ਪੁੱਛ ਸਕਦੇ ਹੋ, ਕੰਟੈਕਟ ਕਰ ਸਕਦੇ ਹੋ ਫੇਸਬੁੱਕ ਜਾਂ ਇੰਸਟਾਗ੍ਰਾਮ ਦੇ ਉੱਪਰ। ਔਰ ਜੋ ਨੋਟਸ ਨੇ ਉਹ ਤੁਹਾਨੂੰ ਪ੍ਰੋਵਾਈਡ ਕਰਵਾਏ ਜਾਂਦੇ ਨੇ ਟੈਲੀਗ੍ਰਾਮ ਚੈਨਲ ਦੇ ਉੱਪਰ। ਠੀਕ ਹੈ ਜੀ, ਤੇ ਤੁਸੀਂ ਉਹਦੇ ਲਈ ਸਾਨੂੰ ਫੋਲੋ ਕਰ ਸਕਦੇ ਹੋ। ਤਿੰਨਾਂ ਦੇ ਜੋ ਲਿੰਕ ਨੇ ਉਹ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਤਾਂ ਬਿਲਕੁਲ ਕੰਟੀਨਿਊ ਕਰਦੇ ਹਾਂ, ਸਟਾਰਟ ਕਰਦੇ ਹਾਂ। ਦੇਖੋ, ਜਿਵੇਂ ਕਿ ਮੈਨੇ ਇੱਕ ਸਪੈਸ਼ਲੀ ਤੁਹਾਡੇ ਲਈ ਟੇਬਲ ਇੱਥੇ ਬਣਾਇਆ ਜਿਹਦੇ ਨਾਲ ਤੁਹਾਨੂੰ ਜੋ ਵੀ ਤੁਹਾਡਾ ਜੋ ਡਾਊਟ ਹੈ ਸਟੇਜਸ ਨੂੰ ਲੈ ਕੇ ਉਹ ਕੰਪਲੀਟਲੀ ਕਲੀਅਰ ਹੋ ਜਾਵੇ। ਠੀਕ ਹੈ ਜੀ, ਜਿਵੇਂ ਇਹਦੇ ਵਿੱਚ ਆਪਾਂ ਨੂੰ ਦਿਖ ਰਿਹਾ ਕਿ ਸਟੇਜਸ ਆਫ ਡਿਵੈਲਪਮੈਂਟ ਕਿਹੜੀਆਂ ਹੁੰਦੀਆਂ। ਸਟੇਜਸ ਆਫ ਡਿਵੈਲਪਮੈਂਟ ਦੋ ਟਾਈਪ ਦੀਆਂ ਹੁੰਦੀਆਂ, ਪ੍ਰੀ ਪੈਟਲ ਤੇ ਪੋਸਟ ਪੈਟਲ। ਇਹਨਾਂ ਨੂੰ ਅੱਗੇ ਆਪਾਂ ਸਬ ਸਟੇਜਸ ਦੇ ਵਿੱਚ ਕੀ ਕਰਦੇ ਹਾਂ, ਡਿਵਾਈਡ ਕਰਦੇ ਹਾਂ। ਦੇਖੋ, ਜੋ ਪ੍ਰੀ ਪੈਟਲ ਹੁੰਦੀ ਹੈ ਇਹ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਜੇ ਤੁਸੀਂ ਹਾਲੇ ਤੱਕ ਨਹੀਂ ਸਟੱਡੀ ਕੀਤਾ ਤੁਸੀਂ ਦੇਖ ਸਕਦੇ ਹੋ, ਪਲੇਲਿਸਟ ਸੀਡੀਪੀ ਦੇ ਨਾਮ ਤੇ ਹੋਏਗੀ ਸਾਡੇ ਚੈਨਲ ਤੇ ਅਵੇਲੇਬਲ। ਉੱਥੇ ਜੋ ਪ੍ਰੀਵੀਅਸ ਵੀਡੀਓਜ਼ ਨੇ ਪਹਿਲਾਂ ਉਹਨਾਂ ਨੂੰ ਕਵਰ ਕਰੋ ਤਾਂ ਕਿ ਜੋ ਤੁਹਾਡਾ ਸਿਲੇਬਸ ਹੈ ਉਹ ਬਿਲਕੁਲ ਸੀਕੁਐਂਸ ਦੇ ਵਿੱਚ ਸਾਰੇ ਡਾਊਟਸ ਨੂੰ ਕਲੀਅਰ ਕਰਕੇ ਫਿਰ ਤੁਸੀਂ ਅੱਗੇ ਵਧੋ। ਠੀਕ ਹੈ ਜੀ, ਪ੍ਰੀ ਪੈਟਲ ਆਪਾਂ ਪੂਰਾ ਇਹ ਤਿੰਨੋਂ ਜੋ ਅੱਗੇ ਦੀਆਂ ਸਬ ਸਟੇਜਸ ਨੇ ਆਪਾਂ ਡਿਟੇਲ ਦੇ ਵਿੱਚ ਡਿਸਕਸ ਕੀਤੀਆਂ ਨੇ ਕਿ ਕਿੰਨੇ ਟਾਈਮ ਦੀ ਹੁੰਦੀ ਹੈ, ਕਿੰਨਾ ਮਤਲਬ ਆਪਾਂ ਸਭ ਕੁਝ ਇਹਦੇ ਵਿੱਚ ਡਿਸਕਸ ਕੀਤਾ ਹੈ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਇਹ ਹੁੰਦੀ ਹੈ ਜਨਮ ਤੋਂ ਪਹਿਲਾਂ ਦੀ। ਜਨਮ ਤੋਂ ਪਹਿਲਾਂ ਦੀ ਜੋ ਵੀ ਸਟੇਜਸ ਹੁੰਦੀਆਂ ਇਹ ਤਿੰਨ ਹੁੰਦੀਆਂ, ਜਰਮੀਨਲ, ਐਮਬ੍ਰੋਇਕ ਜਾਂ ਪੀਰੀਅਡ ਆਫ ਫਿਟਸ। ਠੀਕ ਹੈ ਜੀ, ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਕਰ ਚੁੱਕੇ ਹਾਂ। ਸੈਕਿੰਡ ਜੋ ਹੁੰਦੀ ਆ ਉਹ ਹੁੰਦੀ ਆ ਪੋਸਟ ਪੈਟਲ। ਪੋਸਟ ਪੈਟਲ ਪੀਰੀਅਡ ਕਿਹੜਾ ਹੁੰਦਾ, ਇਹਨੂੰ ਅੱਗੇ ਅਗਰ ਆਪਾਂ ਗੱਲ ਕਰੀਏ 5 ਜੋ ਸਟੇਜਸ ਨੇ ਉਹਦੇ ਵਿੱਚ ਸਬ ਸਟੇਜਸ ਨੇ ਉਹਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। 5 ਦੇ ਵਿੱਚ ਕਿਹੜੀਆਂ ਆਉਂਦੀਆਂ ਨੇ, ਇਨਫੈਂਸੀ ਮਤਲਬ ਬਿਲਕੁਲ ਹੀ ਜੋ ਛੋਟਾ ਹੁੰਦਾ ਹੈ, 0 ਤੋਂ 2 ਸਾਲ ਤੱਕ ਦਾ ਜੋ ਸਮਾਂ ਹੁੰਦਾ, ਬਿਲਕੁਲ ਛੋਟੇ ਬੱਚੇ ਲਈ ਆਪਾਂ ਕਹਿ ਸਕਦੇ ਇਨਫੈਂਸੀ ਪੀਰੀਅਡ ਨਾਮ ਵਰਤਿਆ ਜਾਂਦਾ ਹੈ। ਠੀਕ ਹੈ, ਇਨਫੈਂਸੀ ਤੋਂ ਬਾਅਦ ਆਉਂਦਾ ਜੀ ਚਾਈਲਡਹੁੱਡ। ਠੀਕ ਹੈ, ਚਾਈਲਡਹੁੱਡ ਆ ਜਾਂਦਾ ਹੈ ਜੀ 2 ਤੋਂ ਲੈ ਕੇ 12 ਸਾਲ ਤੱਕ ਦੇ ਜੋ ਬੱਚੇ ਹੁੰਦੇ ਨੇ ਉਹਨਾਂ ਲਈ ਜੋ ਪੀਰੀਅਡ ਨਾਮ ਹੈ ਉਹ ਕਿਹੜਾ ਹੈ, ਚਾਈਲਡਹੁੱਡ ਪੀਰੀਅਡ ਹੈ। ਠੀਕ ਹੈ, ਉਸ ਤੋਂ ਬਾਅਦ ਆਉਂਦਾ ਅਡੋਲਸੈਂਸ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਿਸ਼ੋਰ ਅਵਸਥਾ ਵੀ ਕਹਿੰਦੇ ਹਾਂ। ਠੀਕ ਹੈ ਜੀ, ਇਹ ਹੁੰਦਾ 12 ਤੋਂ ਲੈ ਕੇ 18 ਜਾਂ 19 ਸਾਲ ਤੱਕ ਦਾ ਇਹ ਜੋ ਸਮਾਂ ਹੁੰਦਾ ਹੈ। ਉਸ ਤੋਂ ਬਾਅਦ ਆ ਜਾ ਅਡਲਟਹੁੱਡ ਅਤੇ ਓਲਡ ਏਜ। ਦੇਖੋ, ਅਡਲਟਹੁੱਡ ਤੇ ਓਲਡ ਏਜ ਨਾਲ ਰਿਲੇਟਡ ਇੰਨੇ ਕੁਐਸਚਨ ਐਗਜ਼ਾਮ ਦੇ ਵਿੱਚ ਨਹੀਂ ਆਉਂਦੇ, ਆਪਾਂ ਕਹਾਂਗੇ ਕਿ ਪਰ ਆਪਾਂ ਇਹਨਾਂ ਨੂੰ ਕਵਰ ਜ਼ਰੂਰ ਕਰਾਂਗੇ। ਠੀਕ ਹੈ, ਬਟ ਮੋਸਟ ਜੋ ਇੰਪੋਰਟੈਂਟ ਨੇ ਉਹ ਤਿੰਨ ਕਿਹੜੇ ਨੇ, ਇਨਫੈਂਸੀ ਪੀਰੀਅਡ, ਚਾਈਲਡਹੁੱਡ ਤੇ ਅਡੋਲਸੈਂਸ। ਠੀਕ ਹੈ ਜੀ, ਅੱਜ ਆਪਾਂ ਜੋ ਕਵਰ ਕਰਾਂਗੇ ਉਹ ਹੈਗੇ ਨੇ ਓਲਡ ਏਜ, ਅਡੋਲਸੈਂਸ ਤੇ ਅਡਲਟਹੁੱਡ, ਕਿਉਂਕਿ ਜੋ ਪਹਿਲੀਆਂ ਦੋ ਨੇ ਇਨਫੈਂਸੀ ਤੇ ਚਾਈਲਡਹੁੱਡ ਆਪਾਂ ਕੰਪਲੀਟ ਕਰ ਚੁੱਕੇ ਹਾਂ। ਚਾਈਲਡਹੁੱਡ ਦੀਆਂ ਅੱਗੇ ਦੋ ਟਾਈਪਸ ਹੁੰਦੀਆਂ ਨੇ, ਉਹ ਵੀ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ, अर्ਲੀ ਚਾਈਲਡਹੁੱਡ ਤੇ ਲੇਟਰ ਚਾਈਲਡਹੁੱਡ। अर्ਲੀ ਚਾਈਲਡਹੁੱਡ ਹੁੰਦਾ 2 ਤੋਂ 6 ਸਾਲ ਤੱਕ ਦਾ ਸਮਾਂ, ਔਰ 6 ਤੋਂ ਲੈ ਕੇ 12 ਸਾਲ ਤੱਕ ਦੇ ਸਮੇਂ ਨੂੰ ਆਪਾਂ ਕੀ ਕਹਿੰਦੇ ਹਾਂ ਜੀ, ਲੇਟਰ ਚਾਈਲਡਹੁੱਡ ਕਹਿੰਦੇ ਹਾਂ। ਤੇ ਇਹ ਸਾਰਾ ਕੁਝ ਆਪਾਂ ਕਵਰ ਕਰ ਚੁੱਕੇ ਹਾਂ। ਤਾਂ ਅੱਜ ਸ਼ੁਰੂਆਤ ਕਰਾਂਗੇ ਅਡੋਲਸੈਂਸ ਤੋਂ, ਫਿਰ ਪਹੁੰਚਾਂਗੇ ਅਡਲਟਹੁੱਡ ਪੀਰੀਅਡ ਦੇ ਉੱਪਰ, ਜੋ ਕਿ ਆਪਣਾ ਬਿਲਕੁਲ ਹੀ ਉਹ ਸਮਾਂ ਹੁੰਦਾ ਜਦੋਂ ਆਪਾਂ ਮੈਚਿਓਰ ਹੋ ਚੁੱਕੇ ਹੁੰਦੇ ਹਾਂ। 21 ਤੋਂ ਲੈ ਕੇ 60 ਤੱਕ ਆਪਾਂ ਕਹਿ ਸਕਦੇ ਹਾਂ। 60 ਤੋਂ ਲੈ ਕੇ ਉਸ ਤੋਂ ਬਾਅਦ ਜੋ ਸਮਾਂ ਹੁੰਦਾ ਟਿਲ ਡੈਥ, ਠੀਕ ਹੈ ਜੀ, ਉਹ ਕਿਹੜਾ ਸਮਾਂ ਆ ਜਾਂਦਾ, ਓਲਡ ਏਜ ਆ ਜਾਂਦਾ ਹੈ। ਠੀਕ ਹੈ, ਚਲੋ ਸਟਾਰਟ ਕਰਦੇ ਹਾਂ ਫਿਰ ਅੱਜ ਦੇ ਟੌਪਿਕ ਨੂੰ, ਜਿਹਦੇ ਵਿੱਚ ਆਪਾਂ ਪੜਾਂਗੇ। ਇਹ ਟੇਬਲ ਤੁਹਾਡੇ ਲਈ ਇੰਪੋਰਟੈਂਟ, ਤੁਸੀਂ ਚਾਹੋ ਤਾਂ ਸਕਰੀਨਸ਼ਾਟ ਲੈ ਸਕਦੇ ਹੋ, ਨਹੀਂ ਤਾਂ ਤੁਹਾਨੂੰ PDF ਜੋ ਹੈ ਟੈਲੀਗ੍ਰਾਮ ਚੈਨਲ ਦੇ ਵਿੱਚ ਭੇਜ ਦਿੱਤਾ ਜਾਏਗਾ। ਤੁਸੀਂ ਉੱਥੋਂ ਵੀ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਪੂਰਾ ਮਤਲਬ ਆਪਣੇ ਜੋ ਨੋਟਸ ਨੇ ਉਹ ਪ੍ਰਪੇਅਰ ਕਰ ਸਕਦੇ ਹੋ। ਬਾਕੀ ਇੱਕ ਵਾਰੀ ਤੁਹਾਡੇ ਲਈ ਸੁਜੈਸ਼ਨ ਰਹੇਗਾ ਕਿ ਖੁਦ ਆਪਣੇ ਹੱਥਾਂ ਨਾਲ ਨੋਟਸ ਬਣਾਓ, ਤਾਂ ਉਹ ਜ਼ਿਆਦਾ ਹੀ ਬੈਨੀਫੀਸ਼ੀਅਲ ਹੁੰਦੇ ਨੇ।
तो फस्ट देखो अपने कोल की है, फस्ट इन्फेंसी चाइल्डहुड, बार-बार रिपीट कर रही ਹਾਂ ਕਿ ਨਿਬੜ ਚੁੱਕੇ ਹੋ, ਪ੍ਰੀਵੀਅਸ ਵੀਡੀਓ ਦੇ ਵਿੱਚ ਤੁਸੀਂ ਉੱਥੋਂ ਜਾ ਕੇ ਸਟੱਡੀ ਕਰ ਸਕਦੇ ਹੋ। ਅੱਗੇ ਆਪਾਂ ਵਧਦੇ ਹਾਂ ਅਡੋਲਸੈਂਸ ਪੀਰੀਅਡ। ਅਡੋਲਸੈਂਸ ਦੇ ਵਿੱਚ ਕੀ ਹੁੰਦਾ, ਪੰਜਾਬੀ ਦੇ ਵਿੱਚ ਅਗਰ ਮੈਂ ਤੁਹਾਨੂੰ ਦੱਸਾਂ ਤਾਂ ਇਹ ਹੁੰਦਾ ਜੀ ਕਿਸ਼ੋਰ ਅਵਸਥਾ। ਕਿਸ਼ੋਰ ਅਵਸਥਾ ਕਿਹੜੀ ਹੁੰਦੀ ਹੈ, 12 ਤੋਂ ਲੈ ਕੇ ਆਪਾਂ ਕਹਿ ਸਕਦੇ ਹਾਂ ਬੜੀ ਈਜ਼ੀਲੀ 19 ਸਾਲ ਤੱਕ ਜਾਂ 18 ਸਾਲ ਤੱਕ ਦਾ ਇਹ ਸਮਾਂ ਹੁੰਦਾ ਜਿਹਨੂੰ ਆਪਾਂ ਕਿਸ਼ੋਰ ਅਵਸਥਾ ਕਹਿੰਦੇ ਹਾਂ। जो अडोलसेंस है ये वर्ड कितों आया है, ये लैटिन भाषा का शब्द है। थोड़ा जिहा मेरे ख्याल च ब्लर होने करके प्रॉपरली क्लीयर नहीं है, पर कोई गल नहीं, मैं नाल नाल बोलती रहांगी जिहदे नाल तुहानूं जो ज़्यादा कन्फ्यूजन है वो नहीं होएगी। ठीक है, अडोलसेंस दे विच की है, अडोलसेंस जो शब्द है वो कित्थों लिया गया जी, लैटिन लैंग्वेज तो लिया गया। ठीक है, लैटिन लैंग्वेज का मतलब कि इहदे विच अगर आपां देखीए की मतलब है अडोलसेंस दा, टू ग्रो मतलब ग्रो करना। ठीक है जी, हुण इहदे विच की आपां नूं देखण नूं मिलदा है। पहली गल तां इहदे विच कोई भी डाउट नहीं है किसी नूं, किशोर अवस्था दे विच एकदम जे ही सडनली आपां कह दिंदे आ, सडनली जो फिजिकली ग्रोथ हुंदी है बॉयज़ दी भी और गर्ल्स दी भी। ठीक है, बहुत अचानक जे बहुत फास्ट सडन इसलिए किया जाता है क्योंकि सब तो तेजी नाल आपां कह सकते हैं कि बड़ी तेजी नाल इत्थे जो फिजिकल ग्रोथ है आपां नूं देखण नूं मिलदी है, शारीरिक वाधा, तां फिजिकल ग्रोथ जो हुंदी है फास्ट हुंदी है, सडन हो जाती है। बॉयज़ दे विच भी गर्ल्स दे विच भी। टीन एज भी इसनूं किया जाता है क्योंकि टीन दे विच चलती है 13, 14, 15, 16, 17, 18, 19, इन टीन एज भी इसनूं किया जाता है। ठीक है जी, हुण अगर आपां गल करिए बॉयज़ लई ते गर्ल्स लई थोड़ा जिहा 1-2 साल का फर्क जो है देखने को मिलता है। अडोलसेंस पीरियड या टीन एज बॉयज़ लई की हुंदी है वो 13 to 19 हुंदी है, 13 तो लेके 19 साल तक का समा हुंदा है। अगर आपां गर्ल्स की गल करिए तो वो कितना हुंदा है जी, 12 तो लेके 18 साल तक का समा। ठीक है, तो ये कुछ गल्लां ने जो ध्यान विच रखणियां ने कि बॉयज़ लिए ये समा कितना हुंदा 13 to 19 ईयर्स और गर्ल्स लिए कितना मन्निया जाता है 12 to 18 ईयर्स। ठीक है जी, उस तो बाद अगर आप गल करिए पीरीयड ऑफ चेंजिज इनू कहा जाता, बहुत सारे चेंजिज ने बॉयज़ नूं जां गर्ल्स नूं अपनी फिजिकली मैंटली बहुत सारे चेंजिज उन्होंने देखने पैंदे ने, फेस करने पैंदे ने, तो आप कह सकते हैं कि पीरीयड ऑफ चेंजिज हुंदे ने, एकदम काफ़ी चेंजिज ने मैंटली और फिजिकली दोनों ही देखने को मिलते हैं इस पीरीयड दे विच। अगे आ जाती है मैंटल मैच्योरिटी। इस उम्र तो बाद की होंदा है, मैच्योर होना शुरू हो जाता है एक व्यक्ति या फिर आप कह सकते एक बच्चा जो है इस एज तो बाद मैच्योर होना शुरू हो जाता है मैंटली तरीके नाल भी, और प्रॉपरली आप कह सकते हैं कि इनू मैंटल मैच्योरिटी इसलिए ही कहा जाता है। नैक्सट अगर आप गल करिए 100% तक जो मानसिक विकास है वो हो जाता है, मतलब पूरा का पूरा जो मानसिक विकास है अपने दिमाग का विकास है प्रॉपर वे नाल उत्थे तक हो जाता है। इस उम्र दे विच आके की हुंदा है जो आप कह दें कि 5 साल तक 90% जो विकास है वो एक बच्चे का हो जाता है दिमाग का। 5 साल की उम्र तक 90% जो विकास है एक बच्चे का हो जाता है, पर जेकर आप देखिए 100% कंप्लीट कदों होंदा है अडोलसेंस दे विच, क्योंकि ये बच्चा खुद ब खुद सोचना शुरू कर देता है मैंने की करना है। कोई भी अगर वो उम्र टॉपिक है तो उसके उपर कंप्लीट मतलब बिना मुहूर्त तो उसके उपर थिंकिंग लगानी शुरू कर देंगे, वो सारा कुछ अगे आप पढ़ांगे लॉजिकल होना शुरू कर देंगे, तो आप कहांगे कि प्रॉपर ये जो मानसिक विकास है इस उम्र के विच हो जाता है। पीरीयड ऑफ स्ट्रैस, ठीक है जी, इसमें पीरीयड ऑफ स्ट्रैस भी कहा जाता है क्योंकि पीरीयड ऑफ स्ट्रैस इसलिए कहा जाता है कि ये अचानक जो बहुत सारे बदलाव देखने को मिलते हैं। ठीक है, जिहदे करके उंज भी ये बहुत तनाव भरिया, आपां नूं पता ही है कि किशोरावस्था किस तरीके का समा हुंदा, तो उहदे विच स्ट्रैस जो स्ट्रीम है वो देखने को मिलता है। विद्रोह की अवस्था भी ये होंगी है, बसंत रुत भी होंगी है, अपराध की अवस्था, ये सारी जेकर तुसी प्रैक्टिकल होकर थोड़ा सोचो तो इन्हां विच कुछ भी इदां दा डिफिकल्ट नहीं है जो तुहानूं समझ ना आवे, बिल्कुल कॉमन जिहा गल्लां ने। नैक्सट अगर आपां गल करिए एज ऑफ ब्यूटी तो एज ऑफ एडजस्टमेंट, लैक ऑफ एडजस्टमेंट। देखो एज ऑफ ब्यूटी तो देखो चलो कॉमन जी गल है कि एज ऑफ ब्यूटी इसनूं कहा जाता, सारिਆਂ ਨੂੰ बड़ा ਹੁੰਦਾ कि हाँ जी ਅਸੀਂ ਸੋਹਣੇ ਲੱਗੇ ਤਾਂ ਆਪਣੇ ਆਪ ਨੂੰ ਬਹੁਤ ਸ਼ਿੰਗਾਰਨ ਦੇ ਉੱਪਰ ਵੀ ਲੱਗੇ ਹੋਏ ਹੁੰਦੇ ਨੇ, ਤਾਂ एज ऑफ ब्यूटी ਆਪਾਂ ਕਹਿ ਸਕਦੇ ਹਾਂ। ਤੇ ਥੋੜੀ ਜਿਹੀ ਇੰਪਰੂਵਮੈਂਟ ਵੀ ਆਪਾਂ ਨੂੰ ਬੱਚਿਆਂ ਦੇ ਵਿੱਚ ਨਜ਼ਰ ਆਉਂਦੀ ਹੈ। लैक ऑफ एडजस्टमेंट ਦਾ ਮਤਲਬ ਕੀ ਹੈ, ਇੱਥੇ ਜੋ ਬੱਚੇ ਨੇ ਐਡਜਸਟ ਨਹੀਂ ਕਰ ਪਾਉਂਦੇ, ਐਡਜਸਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਐਡਜਸਟ ਨਹੀਂ ਕਰ ਪਾਉਂਦੇ, ਅਗਰ ਕੋਸ਼ਿਸ਼ ਕਰਦੇ ਨੇ ਤਾਂ ਉਸ ਵੇ ਨਾਲ ਮਤਲਬ ਉਹ ਐਡਜਸਟਮੈਂਟ ਦੇ ਵਿੱਚ ਉਹਨਾਂ ਦੇ ਵਿੱਚ ਕੀ ਹੈ कमी देखने को मिलती है। ठीक है, तो एडजस्टमेंट के थोड़ा जा जरूर देखा कि लैक होंगे कमी होंगी है। देखो इतने एक होर पॉइंट थानू नज़र आ रहा होएगा, अकॉर्डिंग टू डॉक्टर हॉलॉक जो पॉवर्टी एज सी, ठीक है, उन्होंने पहली गल अडोलसेंस या टीन एज नू किस एज का नाम दिता, पॉवर्टी एज का नाम दिता, तो उन्होंने अकॉर्डिंग यह समा 12 तो 18 या फिर 13 तो 19
ਨਹੀਂ ਹੈ। ਉਹਨਾਂ ਦੇ ਅਕੋਰਡਿੰਗ ਇਹ ਸਮਾਂ ਕਿੰਨਾ ਹੈ ਜੀ 11 ਤੋਂ ਲੈ ਕੇ 13 ਸਾਲ ਤੱਕ ਦਾ। ਜੇਕਰ ਤੁਹਾਨੂੰ ਬਾਈ ਚਾਂਸ ਕੁਐਸਚਨ ਆ ਜਾਂਦਾ ਹੈ ਐਗਜ਼ਾਮ ਦੇ ਵਿੱਚ ਕਿ ਅਕੋਰਡਿੰਗ ਟੂ ਡਾਕਟਰ ਹੋਲੋ ਕਿਸ਼ੋਰ ਅਵਸਥਾ ਦਾ ਸਮਾਂ ਕਿੰਨਾ ਹੈ, ਤਾਂ ਆਪਾਂ ਉੱਥੇ ਇਹਨਾਂ ਦੋਨਾਂ ਨੂੰ ਨਹੀਂ ਬਲਕਿ 11 ਤੋਂ 13 ਲਈ ਹੀ ਆਪਾਂ ਨੂੰ ਜੋ ਆਨਸਰ ਹੈ ਉਹ ਸਹੀ ਰਹੇਗਾ। ਠੀਕ ਹੈ, ਉਹਨਾਂ ਨੇ ਸਪੈਸ਼ਲੀ ਕੀ ਡਿਫਾਈਨ ਕੀਤਾ ਸੀ ਕਿ ਪੋਵਰਟੀ ਏਜ ਜੋ ਹੈ, ਜਾਂ ਤਾਂ ਅਗਰ ਪੋਵਰਟੀ ਏਜ ਦੇ ਦਿੰਦੇ ਨੇ, ਠੀਕ ਹੈ, ਜਾਂ ਫਿਰ ਅਗਰ ਆਪਾਂ ਗੱਲ ਕਰੀਏ ਅਡੋਲਸੈਂਸ ਦੀ ਬਜਾਏ ਪੋਵਰਟੀ ਏਜ ਦੇ ਦਿੰਦੇ ਨੇ, ਤਾਂ ਇਹ ਨਾਮ ਵੀ ਕਿੰਨਾ ਦੁਆਰਾ ਰੱਖਿਆ ਗਿਆ ਸੀ ਡਾਕਟਰ ਹੌਲਕ ਦੁਆਰਾ। ਆਪਾਂ ਕਹਾਂਗੇ ਕਿ 11 ਤੋਂ 13 ਉਹਨਾਂ ਨੇ ਇਸ ਸਮੇਂ ਦੀ ਮਿਆਦ ਦੱਸੀ ਸੀ। ਤਾਂ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਿਓ। ਤਾਂ ਇੱਦਾਂ ਦੇ ਕੁਐਸਚਨ ਆ ਜਾਂਦੇ ਨੇ। ਸਿਰਫ ਕਿਸ਼ੋਰ ਅਵਸਥਾ ਇੰਪੋਰਟੈਂਟ ਨਹੀਂ ਹੈ, ਇਹ ਵੀ ਜਾਣਨਾ ਜ਼ਰੂਰੀ ਹੈ ਕਿ ਜੋ ਸਮਾਂ ਪੁੱਛਿਆ ਗਿਆ ਉਹ ਕਿਹੜੇ ਸਾਈਕੋਲੋਜਿਸਟ ਦੇ ਅਕੋਰਡਿੰਗ ਪੁੱਛਿਆ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੀਏ ਇਹਦੇ ਵਿੱਚ ਮੇਨ ਜੋ ਇੰਪੋਰਟੈਂਟ ਗੱਲਾਂ ਨੇ ਉਹ ਆਹ ਵਾਲੀਆਂ ਨੇ, ਬਹੁਤ ਇੰਪੋਰਟੈਂਟ ਨੇ ਕਿ ਆ ਜਾਂਦਾ ਮੋਸਟਲੀ ਇਹਦੇ ਵਿੱਚੋਂ ਕੁਐਸਚਨ। ਅਬਸਟਰੈਕਟ ਥਿੰਕਿੰਗ ਲਗਾਉਣਾ ਇੱਥੇ ਸ਼ੁਰੂ ਕਰ ਦਿੰਦਾ, ਅਮੂਰਤ ਚਿੰਤਨ ਜਿਹਨੂੰ ਕਹਿੰਦੇ ਨੇ। ਦੇਖੋ ਹੁਣ ਤੱਕ ਕੀ ਹੋ ਰਿਹਾ ਸੀ, ਬੱਚਾ ਮੂਰਤ ਚਿੰਤਨ ਲਗਾ ਰਿਹਾ ਸੀ। ਮੂਰਤ ਤੇ ਅਮੂਰਤ ਦੇ ਵਿੱਚ ਕੀ ਫਰਕ ਹੈ, ਅਮੂਰਤ ਤੇ ਮੂਰਤ ਦੇ ਵਿੱਚ ਕੀ ਫਰਕ ਹੈ, ਆਪਾਂ ਪਿੱਛੇ ਪੜ੍ਹ ਕੇ ਆਏ ਸੀ ਕਿ ਮੂਰਤ ਚਿੰਤਨ ਲਗਾਉਂਦਾ ਹੈ। ਠੀਕ ਹੈ ਜੀ, ਸੌਰੀ, ਮੂਰਤ ਚਿੰਤਨ ਲਗਾਉਣਾ ਹੈ। ਮੂਰਤ ਚਿੰਤਨ ਦੇ ਵਿੱਚ ਅਗਰ ਆਪਾਂ ਦੇਖੀਏ ਕੀ ਚੀਜ਼ ਹੁੰਦੀ ਹੈ, ਇੱਕ ਬੱਚਾ ਪਿਕਚਰਸ ਨੂੰ ਦੇਖ ਕੇ ਸੋਚਦਾ ਹੈ। ਪਹਿਲਾਂ ਉਹ ਪਿਕਚਰਸ ਨੂੰ ਦੇਖ ਕੇ ਸਿੱਖਦਾ ਹੈ। ਜਿਵੇਂ ਜਿਵੇਂ ਉਹ ਵੱਡਾ ਹੁੰਦਾ ਹੈ ਉਹਦੇ ਮਨ ਦੇ ਵਿੱਚ ਕੁਐਸਚਨ ਆਉਣ ਲੱਗਦੇ ਹਨ, ਕੁਐਸਚਨ ਆਉਂਦੇ ਹਨ ਪਰ ਕਿਸੇ ਚੀਜ਼ ਨੂੰ ਦੇਖ ਕੇ ਆਉਂਦੇ ਹਨ। ਕਿਸੇ ਚੀਜ਼ ਨੂੰ ਆਪਾਂ ਕਹੀਏ ਕਿਸੇ ਪਿਕਚਰ ਨੂੰ ਦੇਖ ਕੇ ਉਹਦੇ ਪ੍ਰਤੀ ਉਹਦੇ ਮਨ ਦੇ ਵਿੱਚ ਕੀ ਆਉਂਦੇ ਹਨ, ਕੁਐਸਚਨ ਆਉਂਦੇ ਹਨ। ਪਰ ਇੱਥੇ ਅਮੂਰਤ ਦੀ ਗੱਲ ਹੋ ਰਹੀ ਹੈ, ਅਬਸਟਰੈਕਟ ਦੀ ਗੱਲ ਹੋ ਰਹੀ ਹੈ। ਜਦੋਂ ਬੱਚਾ ਟੀਨੇਜ ਦੇ ਵਿੱਚ ਹੋ ਜਾਂਦਾ ਹੈ, ਆਪਾਂ ਕਹੀਏ 12 ਤੋਂ ਲੈ ਕੇ 19 ਸਾਲ ਤੱਕ ਦਾ ਜੋ ਵੀ ਸਮਾਂ ਹੁੰਦਾ ਹੈ, ਉਹਦੇ ਵਿੱਚ ਤੁਸੀਂ ਦੇਖੋਗੇ ਕਿ ਉਹ ਸੋਚਦਾ ਹੈ, ਬਹੁਤ ਜ਼ਿਆਦਾ ਚਿੰਤਨ ਕਰਦਾ ਹੈ, ਹਰ ਇੱਕ ਚੀਜ਼ ਬਾਰੇ ਸੋਚਦਾ ਹੈ ਕਿ ਇਹ ਕਿਉਂ ਹੈ, ਕਿਵੇਂ ਹੈ, ਕਿੱਦਾਂ ਹੈ। ਪਰ ਉਹਦੇ ਲਈ ਸਪੈਸ਼ਲ ਕਿਸੇ ਪਿਕਚਰਸ ਦੀ ਜ਼ਰੂਰਤ ਨਹੀਂ ਹੁੰਦੀ। ਮਤਲਬ ਉਹ ਇੰਨਾ ਕੁ ਮੈਚਿਓਰ ਹੋ ਜਾਂਦਾ ਹੈ ਕਿ ਉਹ ਬਿਨਾਂ ਕਿਸੇ ਚੀਜ਼ ਨੂੰ ਦੇਖੇ ਉਹਦੇ ਬਾਰੇ ਸੋਚਣਾ, ਉਹਦੇ ਬਾਰੇ ਚਿੰਤਨ ਲਗਾਉਣਾ, ਉਹਦੇ ਬਾਰੇ ਆਈਡੀਆਜ਼ ਲਗਾਉਣਾ ਸ਼ੁਰੂ ਕਰ ਦਿੰਦਾ ਹੈ। ਤਾਂ ਐਬਸਟਰੈਕਟ ਥਿੰਕਿੰਗ ਕਹਿੰਦੇ ਹਨ ਜਿਸ ਨੂੰ ਅਮੂਰਤ ਚਿੰਤਨ। ਠੀਕ ਹੈ, ਤੁਸੀਂ ਉਹਨਾਂ ਦੀਆਂ ਬੁੱਕਸ ਵੀ ਦੇਖੋਗੇ ਤਾਂ ਇਸ ਉਮਰ ਦੇ ਬੱਚਿਆਂ ਦੇ ਵਿੱਚ ਦੀ ਬੁੱਕਸ ਦੇ ਅਗਰ ਤੁਸੀਂ ਦੇਖੋਗੇ ਤਾਂ ਬਹੁਤ ਸਾਰੀਆਂ ਪਿਕਚਰਸ ਨਜ਼ਰ ਨਹੀਂ ਆਉਂਦੀਆਂ, ਕਿਉਂਕਿ ਉੱਥੇ ਬੱਚੇ ਏਬਲ ਹੋ ਜਾਂਦੇ ਨੇ ਬਿਨਾਂ ਪਿਕਚਰਸ ਤੋਂ ਸੋਚਣ ਦੇ, ਬਿਨਾਂ ਦੇਖੇ ਉਸ ਚੀਜ਼ ਬਾਰੇ ਇਮੈਜੀਨੇਸ਼ਨ ਕਰਨ ਦੇ। ਠੀਕ ਹੈ ਜੀ। ਅੱਗੇ ਆ ਜਾਂਦੀ ਹੈ ਡਿਡਕਟਿਵ ਥਿੰਕਿੰਗ। ਡਿਡਕਟਿਵ ਥਿੰਕਿੰਗ ਲਗਾਉਣੀ ਸ਼ੁਰੂ ਕਰ ਦਿੰਦਾ ਹੈ। ਪਿੱਛੇ ਅਗਰ ਆਪਾਂ ਪੜ੍ਹ ਕੇ ਆਏ ਸੀਗੇ ਚਾਈਲਡਹੁੱਡ ਦੇ ਵਿੱਚ, ਲੇਟਰ ਚਾਈਲਡਹੁੱਡ ਦੇ ਵਿੱਚ, ਕਿ ਉੱਥੇ ਬੱਚਾ ਇੰਡਕਟਿਵ ਥਿੰਕਿੰਗ ਲਗਾਉਂਦਾ ਹੈ। ਇੰਡਕਟਿਵ ਤੇ ਡਿਡਕਟਿਵ ਦੋ ਹੁੰਦੇ ਨੇ। ਇੰਡਕਟਿਵ 6 ਤੋਂ 12 ਦੇ ਵਿੱਚ ਹੁੰਦੀ ਹੈ, 6 ਤੋਂ 12 ਜਾਂ ਫਿਰ ਲੇਟਰ ਚਾਈਲਡਹੁੱਡ ਜਿਹਨੂੰ ਆਪਾਂ ਕਹਿੰਦੇ ਹਾਂ। ਠੀਕ ਹੈ ਜੀ। ਅਗਰ 12 ਤੋਂ 18 ਜਾਂ 19 ਦੀ ਗੱਲ ਕੀਤੀ ਜਾਵੇ ਜਾਂ ਅਡੋਲਸੈਂਸ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਬੱਚੇ ਕਿਹੜੀ ਥਿੰਕਿੰਗ ਲਗਾਉਣੀ ਸ਼ੁਰੂ ਕਰ ਦਿੰਦਾ ਹੈ, ਡਿਡਕਟਿਵ ਥਿੰਕਿੰਗ ਲਗਾਉਣੀ ਸ਼ੁਰੂ ਕਰ ਦਿੰਦਾ ਹੈ, ਜਿਹਨੂੰ ਪੰਜਾਬੀ ਦੇ ਵਿੱਚ ਨਿਗਮਨ ਤਰਕ ਵੀ ਕਿਹਾ ਜਾਂਦਾ ਹੈ। ਠੀਕ ਹੈ, ਨਿਗਮਨ ਤਰਕ ਵੀ ਕਿਹਾ ਜਾਂਦਾ ਹੈ ਜਾਂ ਡਿਡਕਟਿਵ ਥਿੰਕਿੰਗ ਲਗਾਉਣੀ ਸ਼ੁਰੂ ਕਰ ਦਿੰਦਾ ਹੈ। ਹੁਣ ਦੇਖੋ ਡਿਡਕਟਿਵ ਥਿੰਕਿੰਗ ਕੀ ਹੁੰਦੀ ਹੈ, ਇਸ ਨੂੰ ਆਪਾਂ ਇਸ ਤਰੀਕੇ ਨਾਲ ਜਾਣ ਸਕਦੇ ਹਾਂ। ਰੂਲ ਟੂ ਐਗਜ਼ਾਮਪਲ ਜਾਣਾ ਸ਼ੁਰੂ ਕਰ ਦਿੰਦਾ ਹੈ। ਮਤਲਬ ਪਹਿਲਾਂ ਉਹ ਕੀ ਕਰਦਾ ਸੀ ਜਦੋਂ ਉਹ ਚਾਈਲਡਹੁੱਡ ਸਟੇਜ ਦੇ ਵਿੱਚ ਸੀ ਕਿ ਪਹਿਲਾਂ ਉਹ ਐਗਜ਼ਾਮਪਲਾਂ ਤੋਂ ਸਿੱਖਦਾ ਸੀ, ਉਹਨਾਂ ਐਗਜ਼ਾਮਪਲਸ ਨੂੰ ਇਕੱਠਾ ਕਰਕੇ ਇੱਕ ਰੂਲ ਬਣਾ ਦਿੰਦਾ ਸੀ। ਜਿਵੇਂ ਕਿ ਮੈਨੇ ਤੁਹਾਨੂੰ ਮੇਰੇ ਵੀ ਨਾਊਨ ਦੀ ਐਗਜ਼ਾਮਪਲ ਦਿੱਤੀ ਹੋਏਗੀ ਕਿ ਟੀਚਰ ਨੇ ਬਹੁਤ ਸਾਰੇ ਨਾਊਨ ਸੀਗੇ ਜੋ ਬੋਰਡ ਦੇ ਉੱਪਰ ਲਿਖੇ ਹਨ, ਤੇ ਉਹਨਾਂ ਸਾਰੇ ਨਾਊਨਸ ਨੂੰ ਮਿਲਾ ਕੇ ਕੀ ਕਰ ਦਿੱਤਾ, ਇੱਕ ਬਹੁਤ ਸਾਰੀ ਐਗਜ਼ਾਮਪਲਸ ਤੋਂ ਇੱਕ ਰੂਲ ਬਣਾ ਦਿੱਤਾ ਕਿ ਕਿਸੇ ਵੀ ਚੀਜ਼ ਦੇ ਨਾਮ ਨੂੰ ਆਪਾਂ ਕੀ ਕਹਿੰਦੇ ਹਾਂ, ਨਾਊਨ ਕਹਿੰਦੇ ਹਾਂ। ਇਸ ਤਰੀਕੇ ਨਾਲ ਜੋ ਥਿੰਕਿੰਗ ਸੀ ਉਹ ਹੁੰਦੀ ਸੀ। ਬਟ ਹੁਣ ਅਡੋਲਸੈਂਸ ਦੇ ਵਿੱਚ ਡਿਡਕਟਿਵ ਥਿੰਕਿੰਗ ਹੁੰਦੀ ਹੈ। ਉਹ ਪਹਿਲਾਂ ਰੂਲ ਨੂੰ ਸਿੱਖਦਾ ਹੈ, ਫਿਰ ਐਗਜ਼ਾਮਪਲ ਨੂੰ ਸਿੱਖਦਾ ਹੈ। ਫੋਰ ਐਗਜ਼ਾਮਪਲ ਮੈਥ ਦੇ ਵਿੱਚ ਕੋਈ ਰੂਲ ਹੈ, ਪਹਿਲਾਂ ਉਸ ਰੂਲ ਨੂੰ ਸਿੱਖੇਗਾ, ਉਸ ਤੋਂ ਬਾਅਦ ਉਹਨਾਂ ਦੀ ਐਗਜ਼ਾਮਪਲਸ ਨੂੰ ਸੋਲਵ ਕਰਕੇ ਉਸ ਰੂਲ ਦੇ ਉੱਪਰ ਆਪਣੀ ਪਕੜ ਜੋ ਹੈ ਮਜ਼ਬੂਤ ਕਰ ਲਏਗਾ। ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਡਿਡਕਟਿਵ ਥਿੰਕਿੰਗ ਦਾ ਯੂਜ਼ ਕੀਤਾ ਜਾਂਦਾ ਹੈ। ਰੂਲ ਟੂ ਐਗਜ਼ਾਮਪਲ ਜਾਣਾ, ਅਨਨੋਨ ਟੂ ਨੋਨ ਜਾਣਾ, ਮਤਲਬ ਕਿਸੇ ਇਹੋ ਜਿਹੀ ਚੀਜ਼ ਦਾ, ਕਿਸੇ ਇਹੋ ਜਿਹੇ ਟੌਪਿਕ ਬਾਰੇ ਪੜ੍ਹਨਾ ਜਿਹਦੇ ਬਾਰੇ ਸ਼ਾਇਦ ਉਸਨੂੰ ਨੌਲੇਜ ਨਹੀਂ ਹੈ, ਤੇ ਪੜ੍ਹਦੇ ਪੜ੍ਹਦੇ ਉਸ ਜਗ੍ਹਾ 'ਤੇ ਪਹੁੰਚ ਜਾਣਾ ਜਿਹਦੇ ਬਾਰੇ ਉਹਨੂੰ ਨੌਲੇਜ ਸੀ। ਅਨਨੋਨ ਟੂ ਨੌਨ, ਜਨਰਲ ਟੂ ਸਪੈਸੀਫਿਕ, ਸਧਾਰਨ ਪੜ੍ਹਨਾ, ਠੀਕ ਹੈ, ਉਹ ਤੋਂ ਕਿਸੇ ਸਪੈਸੀਫਿਕ ਚੀਜ਼ ਦੇ ਕਿਸੇ ਸਪੈਸੀਫਿਕ ਰਿਜ਼ਲਟ 'ਤੇ ਪਹੁੰਚਣਾ। ਤਾਂ ਇਹ ਕੁਝ ਗੱਲਾਂ ਨੇ ਜੋ ਕਿ ਦੇ ਲਈ ਨੇ, ਡਿਡਕਟਿਵ ਥਿੰਕਿੰਗ ਲਈ ਨੇ। ਯਾਦ ਰੱਖਿਓ ਇੰਡਕਟਿਵ ਦੇ ਵਿੱਚ ਸਭ ਕੁਝ ਆਪੋਜ਼ਿਟ ਹੁੰਦਾ ਹੈ। ਇੰਡਕਟਿਵ ਦੇ ਵਿੱਚ ਕੀ ਹੁੰਦਾ ਹੈ, ਐਗਜ਼ਾਮਪਲ ਟੂ ਰੂਲ, ਨੌਨ ਟੂ ਅਨਨੋਨ ਔਰ ਸਪੈਸੀਫਿਕ ਟੂ ਜਨਰਲ। ਇਹ ਕਿਸ ਉਮਰ ਦੇ ਬੱਚਿਆਂ ਲਈ ਹੈ, 6 ਤੋਂ 12 ਜਾਂ ਫਿਰ ਲੇਟਰ ਚਾਈਲਡਹੁੱਡ ਆਪਾਂ ਬੋਲਦੇ ਹਾਂ। ਠੀਕ ਹੈ ਜੀ। ਅਡੋਲਸੈਂਸ ਦੇ ਵਿੱਚ ਡਿਡਕਟਿਵ ਹੁੰਦੀ ਹੈ, ਨਿਗਮਨ ਜਿਹਨੂੰ ਕਹਿੰਦੇ ਆ, ਰੂਲ ਟੂ ਐਗਜ਼ਾਮਪਲ, ਅਨਨੋਨ ਟੂ ਨੌਨ ਐਂਡ ਜਨਰਲ ਟੂ ਸਪੈਸੀਫਿਕ। ਅੱਗੇ ਅਗਰ ਆਪਾਂ ਗੱਲ ਕਰੀਏ, ਦ ਮੋਸਟ ਇੰਪੋਰਟੈਂਟ ਇਜ਼ ਸੈਲਫ ਆਈਡੈਂਟਿਟੀ।
ਇਸ ਉਮਰ ਦੇ ਵਿੱਚ ਹਰ ਇੱਕ ਬੱਚੇ ਨੂੰ ਇਹ ਹੁੰਦਾ ਕਿ ਮੈਨੇ ਕੁਝ ਕਰਕੇ ਦਿਖਾਣਾ ਹੈ, ਆਪਣੇ ਆਪ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਦੇ ਹਨ ਕਿ ਮੈਂ ਕੀ ਕਰ ਸਕਦਾ ਹਾਂ। ਇਸ ਤਰੀਕੇ ਨਾਲ ਸੈਲਫ ਆਇਡੈਂਟੀਟੀ ਆਪਣੀ, ਮਤਲਬ ਆਪਾਂ ਕਹੀਏ ਕਿ ਸੈਲਫ ਆਪਣੇ ਬਾਰੇ ਉਹ ਜਾਣਨਾ, ਆਪਣੇ ਆਪ ਨੂੰ ਕੁਝ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਤੇ ਸੈਲਫ ਆਇਡੈਂਟੀਟੀ ਇਹਦੇ ਵਿੱਚ ਆ ਜਾਂਦੀ ਹੈ। ਅੱਗੇ ਆ ਜਾਂਦਾ ਜੀ, ਵੈਸੇ ਤਾਂ ਅਗਰ ਆਪਾਂ ਦੇਖੀਏ ਤੇ ਆਪਾਂ ਪਿੱਛੇ ਪੜ੍ਹ ਕੇ ਆਏ ਸੀ ਕਿ ਜੀਵਨ ਦਾ ਸਭ ਤੋਂ ਕਠਿਨ ਸਮਾਂ ਕਿਹੜਾ ਹੁੰਦਾ ਹੈ, 0 ਤੋਂ 2 ਸਾਲ ਤੱਕ ਦਾ ਹੁੰਦਾ, ਕਿਉਂਕਿ ਇਹਦੇ ਵਿੱਚ 0 ਤੋਂ 2 ਹਫ਼ਤੇ ਤੱਕ ਦਾ ਹੁੰਦਾ, ਜੋ ਕਿ ਈਬੀ ਹੌਰਲੁਕਸ ਨੇ ਕਿਹਾ ਸੀਗਾ। ਬਟ ਇੱਥੇ ਅਗਰ ਆਪਾਂ ਕਹੀਏ ਕਿ ਇੱਥੇ ਜੋ ਜੀਵਨ ਦਾ ਸਭ ਤੋਂ ਮੁਸ਼ਕਿਲ ਸਮਾਂ ਉਹ ਕਿਹਨੂੰ ਕਿਹਾ ਗਿਆ ਜੀ, ਅਡੋਲਸੈਂਸ ਨੂੰ ਕਿਹਾ ਗਿਆ। ਤੇ ਕਿੰਨਾ ਦੁਆਰਾ ਕਿਹਾ ਗਿਆ, ਕਿਲਪ੍ਰਿਕ ਦੁਆਰਾ ਕਿਹਾ ਗਿਆ। ਠੀਕ ਹੈ ਜੀ, ਤਾਂ ਇਹ ਕੁਝ ਗੱਲਾਂ ਸੀਗੀਆਂ ਜੋ ਅਡੋਲਸੈਂਸ ਨਾਲ ਰਿਲੇਟਡ ਸੀਗੀਆਂ। ਇਹ ਸਾਰੇ ਜੋ ਪੁਆਇੰਟਸ ਨੇ ਇਨਫ ਨੇ ਤੁਹਾਡੇ ਲਈ, ਠੀਕ ਹੈ। ਤੇ ਬਹੁਤ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਓ। ਇਹਦੇ ਵਿੱਚ ਸਾਰੇ ਜੋ ਇੰਪੋਰਟੈਂਟ ਗੱਲਾਂ ਨੇ, ਇੰਪੋਰਟੈਂਟ ਕਿੱਥੇ ਆ ਜਾਂਦੀਆਂ ਨੇ, ਡਿਡਕਟਿਵ ਨਾਲ ਰਿਲੇਟਡ ਕੁਐਸਚਨ ਆ ਜਾਂਦਾ, ਠੀਕ ਹੈ। ਅਗਰ ਆਪਾਂ ਕਹੀਏ ਮੂਰਤ ਨਾਲ ਰਿਲੇਟਡ ਕੁਐਸਚਨ ਆ ਜਾਂਦਾ, ਤਾਂ ਮਾਨਸਿਕ ਵਿਕਾਸ ਕਿੰਨਾ ਹੋ ਜਾਂਦਾ, ਇਹ ਸਾਰਾ ਕੁਝ ਆਪਾਂ ਦੇਖ ਚੁੱਕੇ ਹਾਂ। ਅੱਗੇ ਅਗਰ ਆਪਾਂ ਗੱਲ ਕਰੀਏ ਅਡਲਟਹੁੱਡ ਦੀ, ਪਹਿਲਾਂ ਵੀ ਦੱਸਿਆ ਸੀ ਕਿ ਅਡਲਟਹੁੱਡ ਇੰਨਾ ਕਿ ਇੰਪੋਰਟੈਂਟ ਨਹੀਂ ਹੈ, ਬਟ ਸਟਿਲ ਇਸ ਨੂੰ ਸਟੱਡੀ ਜ਼ਰੂਰ ਕਰਾਂਗੇ। ਅਡਲਟਹੁੱਡ ਪੀਰੀਅਡ ਕਿਹੜਾ ਹੁੰਦਾ ਜੀ, 18 ਤੋਂ 19 ਤੱਕ ਦਾ ਜੋ ਸਮਾਂ ਹੁੰਦਾ ਉਹ ਟੀਨ ਏਜ ਦੇ ਵਿੱਚ ਜਾਂ ਕਿਸ਼ੋਰ ਅਵਸਥਾ ਦੇ ਵਿੱਚ ਹੁੰਦਾ। ਉਸ ਤੋਂ ਬਾਅਦ ਇਸ ਤੋਂ ਲੈ ਕੇ 60 ਇਅਰਸ ਤੱਕ ਦਾ ਜੋ ਸਮਾਂ ਹੁੰਦਾ, ਸਾਰੀ ਦੀ ਸਾਰੀ ਉਹ ਉਮਰ ਜਿਹਦੇ ਵਿੱਚ ਬੰਦਾ ਬਹੁਤ ਜ਼ਿਆਦਾ ਮੈਚਿਓਰ ਹੁੰਦਾ, ਸੁਸਾਇਟੀ ਦੇ ਵਿੱਚ ਰਹਿੰਦਾ, ਠੀਕ ਹੈ। ਅਗਰ ਆਪਾਂ ਗੱਲ ਕਰੀਏ 20, 21, 22 ਤੋਂ ਲੈ ਕੇ 60 ਤੱਕ ਦੀ ਜੋ ਉਮਰ ਹੁੰਦੀ ਆ ਉਹ ਕਿਹਦੇ ਵਿੱਚ ਆ ਜਾਂਦੀ ਹੈ, ਅਡਲਟਹੁੱਡ ਦੇ ਵਿੱਚ ਆ ਜਾਂਦੀ ਹੈ, ਜਦੋਂ ਪਰਸਨ ਅਡਲਟ ਹੋ ਚੁੱਕਾ ਹੁੰਦਾ। ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਇਹ ਟੀਨ ਏਜ ਦੀ ਸਮਾਪਤੀ ਹੁੰਦੀ ਹੈ, ਸ਼ੁਰੂਆਤ ਹੋ ਜਾਂਦੀ ਹੈ 20s ਦੀ ਸ਼ੁਰੂਆਤ ਹੋ ਜਾਂਦੀ ਹੈ। 20s ਦੀ ਸ਼ੁਰੂਆਤ ਹੁੰਦੀ ਹੈ, ਫਿਰ 30s ਦੇ ਵਿੱਚ ਜਾਂਦਾ, 40s 50s, ਇਸ ਤਰੀਕੇ ਨਾਲ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਟੀਨ ਏਜ ਇੱਥੇ ਖਤਮ ਹੋ ਚੁੱਕਿਆ ਹੁੰਦਾ ਤੇ ਜੋ 20s ਹੈ ਉਹ ਸਟਾਰਟ ਹੋ ਚੁੱਕਿਆ ਹੁੰਦਾ, ਠੀਕ ਹੈ ਜੀ। ਅੱਗੇ ਅਗਰ ਆਪਾਂ ਗੱਲ ਕਰੀਏ ਐਡਜਸਟਮੈਂਟ, ਪਿੱਛੇ ਆਪਾਂ ਕੀ ਪੜ੍ਹਿਆ ਸੀ ਕਿ ਐਡਜਸਟਮੈਂਟ ਨਹੀਂ ਕਰਦਾ। ਜੋ ਟੀਨਏਜਰ ਹੁੰਦਾ ਉਹਦੇ ਵਿੱਚ ਐਡਜਸਟਮੈਂਟ ਦੀ ਕਮੀ ਹੁੰਦੀ ਹੈ, ਉਹ ਜਿਵੇਂ ਉਸ ਨੂੰ ਰਹਿਣਾ ਪਸੰਦ ਆ ਉਹ ਉਵੇਂ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ ਕੰਪੈਰੀਜ਼ਨ ਦੈਨ ਸੋਸਾਇਟੀ। ਬਟ ਇਹਦੇ ਵਿੱਚ ਕੀ ਹੁੰਦਾ, ਅਡਲਟਹੁੱਡ ਦੇ ਵਿੱਚ ਉਮਰ ਦੇ ਵਿੱਚ ਆ ਕੇ ਇੱਕ ਪਰਸਨ ਇੰਨਾ ਕੁ ਮੈਚਿਓਰ ਹੋ ਚੁੱਕਿਆ ਹੁੰਦਾ ਹੈ ਕਿ ਉਸਨੂੰ ਸੋਸਾਇਟੀ ਦੇ ਅਕੋਰਡਿੰਗ ਆਪਣੇ ਆਪ ਨੂੰ ਐਡਜਸਟ ਕਰਨਾ ਆ ਜਾਂਦਾ ਹੈ। ਉਹ ਸਮਝ ਲੈਂਦਾ ਹੈ ਕਿ ਇਸ ਅਕੋਰਡਿੰਗ ਸੋਸਾਇਟੀ ਦੇ ਵਿੱਚ ਰਿਹਾ ਜਾਂਦਾ ਹੈ, ਠੀਕ ਹੈ ਜੀ। ਤਾਂ ਐਡਜਸਟਮੈਂਟ ਉਹਦੇ ਵਿੱਚ ਚੰਗੀ ਦੇਖਣ ਨੂੰ ਮਿਲਦੀ ਹੈ ਆਪਾਂ ਨੂੰ। ਸਮਾਜ ਦੇ ਕਾਰਜਕਾਰੀ ਮੈਂਬਰ ਹੁੰਦੇ ਨੇ, ਸਮਾਜ ਦੇ ਲਈ ਕੰਮ ਕਰਦੇ ਨੇ, ਸਮਾਜ ਦੇ ਵਿੱਚ ਰਹਿੰਦੇ ਨੇ, ਠੀਕ ਹੈ। ਕਮਾਣਾ ਸਮਾਜ ਸੋਸਾਇਟੀ ਦੇ ਵਿੱਚ ਜੋ ਆਪਾਂ ਕਹਿ ਸਕਦੇ ਕਿ ਸੋਸਾਇਟੀ ਦੇ ਇੱਕ ਪ੍ਰੋਪਰਲੀ ਇੱਕ ਮੈਂਬਰ ਬਣ ਜਾਂਦੇ ਨੇ, ਠੀਕ ਹੈ। ਮੈਚਿਓਰ ਹੋ ਜਾਂਦੇ ਨੇ ਪ੍ਰੋਪਰ, ਆਪਾਂ ਕਹਿ ਸਕਦੇ ਹਾਂ ਹਰ ਪ੍ਰਕਾਰ ਦੀ ਉਹਨਾਂ ਦੇ ਵਿੱਚ ਜੋ ਸਮਝ ਹੈ ਉਹ ਦੇਖਣ ਨੂੰ ਮਿਲਦੀ ਹੈ, ਮੈਚਿਓਰਿਟੀ ਇੱਥੇ ਆਰਾਮ ਨਾਲ ਕਹਿ ਸਕਦੇ ਹਾਂ ਆਪਾਂ। ਅੱਗੇ ਅਗਰ ਆਪਾਂ ਗੱਲ ਕਰੀਏ 올ਡ ਏਜ ਦੀ, ਹੁਣ ਅੱਗੇ ਆ ਜਾਂਦਾ ਜੀ 올ਡ ਏਜ ਦੇ ਵਿੱਚ ਕੀ ਦੇਖਦੇ ਹਾਂ ਆਪਾਂ। ਹੁਣ ਦੇਖੋ 60 ਤੱਕ ਦਾ ਸਮਾਂ ਆਪਾਂ ਦੇਖ ਲਿਆ ਕਿ 60 ਈਅਰ ਤੱਕ ਦੀ ਉਮਰ ਕਿਸ ਤਰੀਕੇ ਦੀ ਹੁੰਦੀ ਹੈ। ਅੱਗੇ ਅਗਰ ਆਪਾਂ ਜਾਵਾਂਗੇ ਟਿਲ ਡੈਥ 60 to 70, 80, ਜੋ ਤੱਕ ਪਰਸਨ ਦੀ ਡੈਥ ਨਹੀਂ ਹੁੰਦੀ ਉਹ ਤੱਕ ਦਾ ਜੋ ਸਮਾਂ ਹੁੰਦਾ ਉਹ ਕਿਹਦੇ ਵਿੱਚ ਆਉਂਦਾ, 올ਡ ਏਜ ਦੇ ਵਿੱਚ ਆਉਂਦਾ। ਇਹਨਾਂ ਦੋਨਾਂ ਦੇ ਰਿਗਾਰਡਿੰਗ ਕੁਐਸਚਨ ਨਹੀਂ ਆਉਂਦੇ, ਬਟ ਕਰਨਾ ਇੱਕ ਵਾਰੀ ਆਪਣਾ ਬੰਦਾ ਸੀ, ਸੋ ਇਸ ਲਈ ਕਰ ਰਹੇ ਹਾਂ, ਠੀਕ ਹੈ ਜੀ। 올ਡ ਏਜ ਦੇ ਵਿੱਚ 60 ਤੋਂ ਲੈ ਕੇ ਟਿਲ ਡੈਥ ਤੱਕ ਦਾ ਇਹ ਜੋ ਸਮਾਂ ਹੁੰਦਾ। ਅੱਗੇ ਅਗਰ ਆਪਾਂ ਗੱਲ ਕਰੀਏ ਐਰਿਕਸਨ ਦੇ ਅਕੋਰਡਿੰਗ ਇਹ ਸਮਾਂ ਕਿਹੜਾ ਹੁੰਦਾ ਜੀ, 65 ਈਅਰ ਪਲੱਸ। ਤਾਂ ਇਹ ਥੋੜ੍ਹਾ ਜਿਹਾ ਯਾਦ ਰੱਖਿਓ ਕਿ ਕਿਹੜੇ ਸਾਈਕੋਲੋਜਿਸਟ ਦੇ ਅਕੋਰਡਿੰਗ ਕਿਸ ਸਮੇਂ ਨੂੰ ਕਿੰਨਾ ਟਾਈਮ ਦਿੱਤਾ ਗਿਆ। ਐਰਿਕਸਨ ਦੇ ਅਕੋਰਡਿੰਗ ਇਹ ਸਮਾਂ ਹੁੰਦਾ 65 ਤੋਂ ਸ਼ੁਰੂ ਹੁੰਦਾ, ਠੀਕ ਹੈ ਜੀ। ਇਸ ਉਮਰ ਦੇ ਵਿੱਚ ਕੋਈ ਵੀ ਪਰਸਨ ਹੈ ਜੋ ਕੋਈ ਵੀ ਅਗਰ ਆਪਾਂ ਗੱਲ ਕਰੀਏ ਉਹਦੇ ਵਿੱਚ ਜੋ ਐਡਜਸਟਮੈਂਟ ਦੀ ਕਮੀ ਪਾਈ ਜਾਂਦੀ ਹੈ। 올ਡ ਏਜ ਦੇ ਵਿੱਚ ਕੇਅਰ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਠੀਕ ਹੈ ਜੀ। ਬਹੁਤ ਜ਼ਿਆਦਾ ਸੈਂਸੀਟਿਵ ਪੀਰੀਅਡ ਹੁੰਦਾ, ਕੇਅਰ ਉਹਨਾਂ ਨੂੰ ਜਿੰਨੀ ਮਿਲ ਸਕੇ ਉਨੀ ਕਮੀ ਹੁੰਦੀ ਹੈ। ਬਹੁਤ ਜ਼ਿਆਦਾ ਸੈਂਸੀਟਿਵ ਪੀਰੀਅਡ ਆਪਾਂ ਇਹਨੂੰ ਕਹਿੰਦੇ ਹਾਂ ਲਾਈਫ ਦਾ, ਠੀਕ ਹੈ। ਮੈਮਰੀ ਪਾਵਰ ਜੋ ਹੈ ਉਹ ਲੋ ਹੋ ਜਾਂਦੀ ਹੈ। ਆਪਾਂ ਨੂੰ ਇਹ ਸਭ ਗੱਲਾਂ ਤਾਂ ਬਿਲਕੁਲ ਨੋਰਮਲ ਨੇ ਕਿ 올ਡ ਏਜ ਦੇ ਵਿੱਚ ਯਾਦਾਸ਼ਤ ਇੰਨੀ ਸਟਰੋਂਗ ਨਹੀਂ ਰਹਿੰਦੀ, ਐਡਜਸਟਮੈਂਟ ਨਹੀਂ ਉਨੀ ਹੋ ਪਾਉਂਦੀ, ਠੀਕ ਹੈ। ਤਾਂ ਇਹ ਸਾਰੀਆਂ ਗੱਲਾਂ ਸੀ ਜੋ ਕਿਹਦੇ ਵਿੱਚ ਆਉਂਦੀਆਂ ਨੇ, 올ਡ ਏਜ ਦੇ ਵਿੱਚ। ਤਾਂ ਇਹ ਸੀਗੀਆਂ, ਠੀਕ ਹੈ ਜੀ, 올ਡ ਏਜ ਤੇ ਅਡੋਲਸੈਂਸ ਨਾਲ ਹੀ ਅਡਲਟਹੁੱਡ, ਜਿਹਦੇ ਨਾਲ ਆਪਣੀਆਂ ਜੋ ਸਟੇਜਸ ਨੇ ਉਹ ਸਾਰੀਆਂ ਕਵਰ ਹੁੰਦੀਆਂ ਨੇ। ਸਟੇਜਸ ਵਾਲਾ ਜੋ ਟੌਪਿਕ ਹੈ ਇੱਥੇ ਹੀ ਖਤਮ ਹੁੰਦਾ ਹੈ। ਇਸ ਤੋਂ ਇਲਾਵਾ ਆਪਾਂ ਈਵੀ ਹੌਰਲੁਕ ਦੇ ਅਕੋਰਡਿੰਗ ਜਿੰਨੀਆਂ ਵੀ ਸਟੇਜਸ ਸੀਗੀਆਂ ਉਹਨਾਂ ਨੂੰ ਦੇਖਦੇ ਹਾਂ, ਤਾਂ ਕਿ ਅਗਰ ਬਾਈ ਚਾਂਸ ਇਹਦੇ ਨਾਲ ਰਿਲੇਟਡ ਕੋਈ ਕੁਐਸਚਨ ਆ ਜਾਂਦਾ ਹੈ ਕਿ ਅਕੋਰਡਿੰਗ ਟੂ ਈਵੀ ਹੌਰਲੁਕ ਚਾਈਲਡਹੁੱਡ ਕਿੰਨਾ ਸੀ, ਇਨਫੈਂਸੀ ਪੀਰੀਅਡ ਦਾ ਸਮਾਂ ਕਿੰਨਾ ਸੀ, ਤਾਂ ਆਪਾਂ ਉਹਨਾਂ ਦੇ ਜਵਾਬ ਦੇ ਸਕੀਏ, ਠੀਕ ਹੈ। ਤੇ ਸਭ ਤੋਂ ਪਹਿਲਾਂ ਤਾਂ ਦੇਖੋ ਤੁਹਾਡੇ ਕੋਲ ਕੀ ਹੈ, ਈਵੀ ਹੌਰਲੁਕ ਦੇ ਅਕੋਰਡਿੰਗ ਕਿੰਨੀਆਂ ਸਟੇਜਸ ਸੀ, 9 ਸਟੇਜਸ ਸੀ। ਬਟ ਅਗਰ ਆਪਾਂ ਡਿਵੈਲਪਮੈਂਟ ਦੀਆਂ ਜਨਰਲ ਦੇ ਵਿੱਚ ਸਟੇਜਸ ਦੇਖਦੇ ਹਾਂ, ਉਹ ਆਪਾਂ ਕਿੰਨੀਆਂ ਕੀਤੀਆਂ ਨੇ, 5 ਕੀਤੀਆਂ ਨੇ। ਉਹਦੇ ਵਿੱਚ ਚਾਈਲਡਹੁੱਡ ਦੀਆਂ 2 ਅੱਗੇ ਸਬ ਸਟੇਜਸ ਹੁੰਦੀਆਂ ਨੇ, ਠੀਕ ਹੈ।
ਤਾਂ ਦੇਖੋ ਇਹਦੇ ਵਿੱਚ ਇਹ ਵੀ ਹੋਲ ਲੁੱਕ ਦੇ ਅਕੋਰਡਿੰਗ ਕਿੰਨੀਆਂ ਸਟੇਜਸ ਹੁੰਦੀਆਂ ਨੇ, 9 ਸਟੇਜਸ ਹੁੰਦੀਆਂ ਨੇ। ਸਭ ਤੋਂ ਪਹਿਲੀ ਕੀ ਹੁੰਦੀ ਹੈ, ਪ੍ਰੀ ਪੈਟਰਨ ਹੁੰਦੀ ਹੈ, ਜੋ ਕਿ ਜਨਮ ਤੋਂ ਪਹਿਲਾਂ ਦਾ ਸਮਾਂ ਹੁੰਦਾ ਹੈ, ਠੀਕ ਹੈ, ਜਿਹਨੂੰ ਗਰਭ ਅਵਸਥਾ ਵੀ ਕਿਹਾ ਜਾਂਦਾ ਹੈ। ਜਨਮ ਤੋਂ ਪਹਿਲਾਂ ਦਾ ਜੋ ਸਮਾਂ ਹੁੰਦਾ ਉਹ ਕਿੰਨਾ ਹੁੰਦਾ, 280 ਡੇਜ਼ ਦਾ ਸਮਾਂ ਟਾਈਮ ਦੱਸਿਆ ਕਿ ਕਿੰਨੇ ਟਾਈਮ ਦੇ ਵਿੱਚ ਕਿੰਨਾ ਟਾਈਮ ਦਾ ਹੁੰਦਾ ਉਹ, 280 ਡੇਜ਼ ਕਿਹਾ ਜਾਂਦਾ ਉਹਨੂੰ, ਠੀਕ ਹੈ। ਤੁਸੀਂ ਬਾਕੀ ਤੁਸੀਂ ਜਾਣਦੇ ਹੋ ਕਿ 9 ਮੰਥ 10 ਡੇਜ਼ ਇਸ ਤਰੀਕੇ ਨਾਲ ਪ੍ਰੋਪਰਲੀ। ਤਾਂ ਉਸ ਸੈਕਿੰਡ ਦੇਖੋ ਆ ਜਾਂਦਾ ਇਨਫੈਂਸੀ ਪੀਰੀਅਡ। ਇਨਫੈਂਸੀ ਪੀਰੀਅਡ ਜਦੋਂ ਆਪਾਂ ਡਿਵੈਲਪਮੈਂਟ ਦੀ ਸਟੇਜਸ ਦੇ ਵਿੱਚ ਕਰਕੇ ਆਏ ਸੀ, ਉਹ ਸੀਗਾ 2 ਸਾਲ ਤੱਕ ਦਾ ਸਮਾਂ। 0 ਤੋਂ 2 ਦਾ ਮਤਲਬ ਇਹ ਹੈ ਕਿ ਪਹਿਲੇ 2 ਸਾਲ ਸੀਗੇ ਉਹਦੀ ਇਹਦੇ ਵਿੱਚ ਗੱਲ ਕੀਤੀ ਗਈ ਸੀ, ਬਟ ਇੱਥੇ 2 ਹਫ਼ਤੇ ਦੀ ਗੱਲ ਕੀਤੀ ਗਈ ਹੈ, ਜਿਹਦੇ ਕਰਕੇ ਇਹ ਵੀ ਹੋਲ ਲੁੱਕ ਦੇ ਅਕੋਰਡਿੰਗ ਸਭ ਤੋਂ ਜ਼ਿਆਦਾ ਕਠਿਨ ਕਾਲ ਸੀਗਾ, ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਮੁਸ਼ਕਿਲ ਜਾਂ ਕਠਿਨ, ਉਹ ਕਿਹੜਾ ਸੀਗਾ, ਇਨਫੈਂਸੀ ਪੀਰੀਅਡ ਸੀਗਾ। ਬਟ ਅਡੋਲਸੈਂਸ ਦੇ ਵਿੱਚ ਕਠਿਨ ਮੰਨਿਆ ਗਿਆ ਕਿਹਨਾਂ ਦੁਆਰਾ, ਠੀਕ ਹੈ, ਆਪਾਂ ਕਰ ਚੁੱਕੇ ਹਾਂ ਸਾਰਾ। ਇਨਫੈਂਸੀ ਪੀਰੀਅਡ ਸਭ ਤੋਂ ਕਈ ਅਗਰ ਇਹਨਾਂ ਟਾਈਮ ਪੀਰੀਅਡ ਕਿੰਨਾ ਦੱਸਿਆ ਸੀ, 0 ਤੋਂ 2 ਹਫ਼ਤੇ, ਸਿਰਫ ਹਫ਼ਤੇ ਦੱਸੇ ਸੀ ਕਿ ਪਹਿਲੇ 2 ਹਫ਼ਤੇ ਜੋ ਨੇ ਉਹ ਕੀ ਨੇ, ਇਨਫੈਂਸੀ ਪੀਰੀਅਡ ਦੇ ਵਿੱਚ ਆਉਂਦੇ ਨੇ। ਤਾਂ ਹੀ ਉਸਨੂੰ ਕਠਿਨ ਕਾਲ ਕਿਹਾ ਹੋਇਆ, ਕਿਉਂਕਿ ਉਸ ਸਮੇਂ ਜੋ ਕੇਅਰ ਹੁੰਦੀ ਹੈ, ਜੋ ਡਰ ਹੁੰਦਾ ਹੈ, ਕਿ ਕਹਿ ਸਕਦੇ ਆਪਾਂ ਕਿ ਬਹੁਤ ਛੋਟਾ ਹੋਣ ਕਰਕੇ ਪ੍ਰੋਪਰਲੀ ਜੋ ਪੂਰੀ ਚੰਗੀ ਤਰ੍ਹਾਂ ਕੇਅਰ ਮਿਲਣੀ ਜ਼ਰੂਰੀ ਹੁੰਦੀ ਹੈ। ਨੈਕਸਟ ਹੁਣ ਅੱਗੇ ਆ ਜਾਂਦਾ ਜੀ ਬੇਬੀਹੁੱਡ। ਜੋ ਸਮਾਂ ਆਪਾਂ ਇਨਫੈਂਸੀ ਪੀਰੀਅਡ ਦੇ ਨਾਮ ਨਾਲ ਜਾਣਦੇ ਹਾਂ, ਉਹ ਇਹ ਵੀ ਹੋਲ ਲੁੱਕ ਦੇ ਅਕੋਰਡਿੰਗ ਕੀ ਹੈ, ਬੇਬੀਹੁੱਡ ਹੈ। ਬੇਬੀਹੁੱਡ 2 ਹਫ਼ਤੇ ਤੋਂ ਸ਼ੁਰੂ ਹੋ ਕੇ 2 ਸਾਲ ਤੱਕ ਦਾ ਜੋ ਸਮਾਂ ਹੁੰਦਾ ਹੈ, ਉਹ ਕਿਹਦੇ ਵਿੱਚ ਉਹ ਕੀ ਹੁੰਦਾ ਜੀ, ਬੇਬੀਹੁੱਡ ਨਾਮ ਨਾਲ ਰਿਪਰੈਜ਼ੈਂਟ ਕੀਤਾ ਗਿਆ। ਉਸ ਤੋਂ ਬਾਅਦ ਆ ਜਾਂਦਾ ਜੀ ਚਾਈਲਡਹੁੱਡ। ਇਹਦੇ ਵਿੱਚ ਚਾਈਲਡਹੁੱਡ ਦੀਆਂ ਕੋਈ ਟਾਈਪਸ ਨਹੀਂ ਨੇ, ਸਿਰਫ ਚਾਈਲਡਹੁੱਡ ਹੈ। ਚਾਈਲਡਹੁੱਡ ਕਿੰਨਾ ਹੈ, 2 ਸਾਲ ਤੋਂ ਲੈ ਕੇ 11 ਸਾਲ ਤੱਕ ਦਾ ਜੋ ਸਮਾਂ ਹੁੰਦਾ ਹੈ, ਉਹ ਕੀ ਹੁੰਦਾ ਜੀ, ਚਾਈਲਡਹੁੱਡ ਹੁੰਦਾ ਹੈ। ਕਿੰਨਾਂ ਦੇ ਅਕੋਰਡਿੰਗ, ਇਹ ਵੀ ਹੋਲ ਲੁੱਕ ਦੇ ਅਕੋਰਡਿੰਗ। ਇਹਨਾਂ ਦੇ ਅਕੋਰਡਿੰਗ ਅਗਲੀ ਜੋ ਏਜ ਹੈ ਉਹ ਹੈ ਏਜ ਆਫ ਪਾਵਰਟੀ। ਏਜ ਆਫ ਪਾਵਰਟੀ ਆਪਾਂ ਪਿੱਛੇ ਵੀ ਕਰਕੇ ਆਏ ਸੀ, ਇਹ ਵੀ ਹੋਲ ਲੁੱਕ ਨੇ ਦੱਸੀ ਸੀ। ਕਿੰਨੇ ਟਾਈਮ ਦਾ ਸਮਾਂ ਦੱਸਿਆ ਸੀ ਉਹਨਾਂ ਨੇ, 11 ਤੋਂ 13। ਤਾਂ ਏਜ ਆਫ ਪਾਵਰਟੀ ਦੀ ਅਗਰ ਗੱਲ ਹੋ ਜਾਂਦੀ ਹੈ ਤਾਂ 11 ਤੋਂ 13 ਹੀ ਹੋਏਗੀ। ਤਾਂ ਅਗਲਾ ਜੋ ਟਾਈਮ ਪੀਰੀਅਡ ਹੈ ਉਹ ਹੈ ਅਡੋਲਸੈਂਸ, ਜਿਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿਹੜਾ ਸਮਾਂ ਲਿਆ ਉਹਨਾਂ ਨੇ, 13 ਤੋਂ ਲੈ ਕੇ 21 ਤੱਕ ਦਾ ਜੋ ਸਮਾਂ ਹੁੰਦਾ ਉਹ ਕਿਹਦੇ ਵਿੱਚ ਹੈ, ਅਡੋਲਸੈਂਸ ਦੇ ਵਿੱਚ। ਕਿੰਨਾਂ ਦੇ ਅਕੋਰਡਿੰਗ, ਇਹ ਵੀ ਹੋਲ ਲੁੱਕ ਦੇ ਅਕੋਰਡਿੰਗ। ਅੱਗੇ ਅਗਰ ਆਪਾਂ ਵਧੀਆ, ਅਗਲੀ ਸਟੇਜ ਹੈ ਅਰਲੀ ਅਡਲਟਹੁੱਡ। ਅਡਲਟਹੁੱਡ ਨੂੰ ਇਹਨਾਂ ਨੇ 2 ਪਾਰਟਸ ਦੇ ਵਿੱਚ ਵੰਡਿਆ ਹੈ। ਇੱਕ ਆਪਾਂ ਕਹਿ ਸਕਦੇ ਹਾਂ ਕਿ ਅਰਲੀ, ਦੂਸਰੇ ਨੂੰ ਨਾਮ ਦਿੱਤਾ ਹੈ ਮਿਡਲ ਏਜ ਦਾ। ਤਾਂ ਅਰਲੀ ਅਡਲਟਹੁੱਡ ਜੋ ਹੈ ਉਹਨਾਂ ਦਾ ਜੋ ਸਮਾਂ ਹੈ ਉਹ ਕੀ ਦੱਸਿਆ ਗਿਆ ਹੈ, 21 ਪਲੱਸ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ 21 ਤੋਂ ਲੈ ਕੇ ਜੋ 40 ਤੱਕ ਦਾ ਸਮਾਂ ਹੈ, 40 ਸਾਲ ਦੀ ਉਮਰ ਤੱਕ ਦਾ ਸਮਾਂ ਹੈ, ਉਹ ਕੀ ਹੈ, ਅਰਲੀ ਅਡਲਟਹੁੱਡ। ਉਸ ਤੋਂ ਬਾਅਦ ਆ ਜਾਂਦਾ ਜੀ ਮਿਡਲ ਏਜ। ਮਿਡਲ ਏਜ ਕਿੰਨੀ ਹੈ, 41 ਤੋਂ ਲੈ ਕੇ 60। ਔਰ ਓਲਡ ਏਜ ਕਿੰਨੀ ਹੈ, 60 ਤੋਂ ਲੈ ਕੇ ਟਿਲ ਡੈਥ। ਤਾਂ ਇਹ ਸਾਰੀਆਂ ਕੁਝ ਗੱਲਾਂ ਸੀ ਜੋ ਕਿ ਆਪਾਂ ਦੇਖਿਆ ਨੇ, ਪ੍ਰੋਪਰਲੀ ਸਟੱਡੀ ਕੀਤੀਆਂ ਨੇ, ਇਹ ਵੀ ਹੋਲ ਲੁੱਕ ਦੇ ਅਕੋਰਡਿੰਗ, ਠੀਕ ਹੈ ਜੀ। ਤਾਂ ਅੱਗੇ ਵੱਧਦੇ ਹਾਂ। ਅੱਗੇ ਆਪਣੇ ਕੋਲ ਹੈ ਬੁੱਕਸ ਆਫ ਈਬੀ ਹੋਲ ਲੁੱਕ। ਈਬੀ ਹੋਲ ਲੁੱਕ ਦੁਆਰਾ ਕੁਝ ਬੁੱਕਸ ਵੀ ਲਿਖੀਆਂ ਗਈਆਂ ਨੇ। ਦੇਖੋ ਬੁੱਕਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਇੱਕ ਅੱਧਾ ਕੁਐਸਚਨ ਕਈ ਵਾਰੀ ਹੁੰਦਾ ਐਗਜ਼ਾਮੀਨਰ ਦੇ ਮਾਈਂਡ ਦੇ ਵਿੱਚ, ਰਾਈਟ। ਤਾਂ ਆ ਜਾਂਦਾ ਕਿ ਕਿਹੜੀ ਬੁੱਕ ਕਿਹੜੇ ਰਾਈਟਰ ਦੀ ਲਿਖੀ ਹੋਈ ਹੈ, ਜਾਂ ਫਿਰ ਇਹ ਆ ਜਾਂਦਾ ਕਿ ਇਹ ਬੁੱਕ ਕਿਹੜੇ ਰਾਈਟਰ ਦੁਆਰਾ ਲਿਖੀ ਗਈ ਹੈ, ਇਸ ਤਰੀਕੇ ਨਾਲ। ਤਾਂ ਆਪਾਂ ਬੁੱਕਸ ਨੂੰ ਥੋੜ੍ਹਾ ਨਾਲ ਨਾਲ ਦੇਖਦੇ ਚੱਲਾਂਗੇ। ਈਬੀ ਹੋਲ ਲੁੱਕ ਦੀਆਂ ਕੁਝ ਬੁੱਕਸ ਸੀ ਜੋ ਫੇਮਸ ਸੀ, ਠੀਕ ਹੈ, ਜੋ ਮੈਨੂੰ ਲੱਗਿਆ ਸਿਰਫ ਉਹੀ ਮੈंने ਇੱਥੇ ਤੁਹਾਡੇ ਸਾਹਮਣੇ ਰਿਪਰੈਜ਼ੈਂਟ ਕੀਤੀਆਂ ਨੇ। ਦੇਖੋ ਕਿਹੜੀਆਂ ਨੇ, ਇਹਨਾਂ ਦੇ ਨਾਮ ਨੇ ਤੁਹਾਨੂੰ ਐਜ਼ ਇਟ ਇਜ਼ ਯਾਦ ਰੱਖਣੇ ਪੈਣਗੇ। ਫਸਟ ਵਨ ਇਜ਼ ਚਾਈਲਡ ਡਿਵੈਲਪਮੈਂਟ। ਫਸਟ ਬੁੱਕ ਸੀ ਜਿਹੜੀ ਉਹਨਾਂ ਦੀ, ਉਹ ਕਿਹੜੀ ਸੀ, ਚਾਈਲਡ ਡਿਵੈਲਪਮੈਂਟ। ਉਸ ਤੋਂ ਬਾਅਦ ਆ ਜਾਂਦਾ ਡਿਵੈਲਪਮੈਂਟਲ ਸਾਈਕੋਲੋਜੀ। ਥਰਡ ਵਨ ਇਜ਼ ਚਾਈਲਡ ਗਰੋਥ ਐਂਡ ਡਿਵੈਲਪਮੈਂਟ, ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਂਦਾ ਅਡੋਲਸੈਂਸ ਡਿਵੈਲਪਮੈਂਟ ਤੇ ਲਾਸਟ ਵਨ ਇਜ਼ ਪਰਸਨੈਲਿਟੀ ਡਿਵੈਲਪਮੈਂਟ। ਇਹ ਕੁਝ ਬੁੱਕਸ ਦੇ ਨਾਮ ਨੇ, ਮੈंने ਸਪੈਸ਼ਲੀ ਤਾਂ ਬੋਲੇ ਨੇ, ਸ਼ਾਇਦ ਬਲਰ ਕਰਕੇ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਨਹੀਂ ਹੋਏਗਾ। ਦੁਬਾਰਾ ਰਿਪੀਟ ਕਰ ਦਿੰਦੇ ਆ, ਚਾਈਲਡ ਡਿਵੈਲਪਮੈਂਟ, ਡਿਵੈਲਪਮੈਂਟਲ ਸਾਈਕੋਲੋਜੀ, ਚਾਈਲਡ ਗਰੋਥ ਐਂਡ ਡਿਵੈਲਪਮੈਂਟ, ਅਡੋਲਸੈਂਸ ਡਿਵੈਲਪਮੈਂਟ ਅਤੇ ਪਰਸਨੈਲਿਟੀ ਡਿਵੈਲਪਮੈਂਟ। ਇਹ ਕੁਝ 5 ਬੁੱਕਸ ਨੇ ਜੋ ਕਿ ਕਿੰਨਾਂ ਦੁਆਰਾ ਲਿਖੇ ਗਏ ਨੇ, ਈਬੀ ਹੋਲ ਲੁੱਕ ਦੁਆਰਾ, ਠੀਕ ਹੈ, ਇੰਪੋਰਟੈਂਟ ਨੇ, ਜੋ ਤੁਹਾਡੇ ਸਾਹਮਣੇ ਰਿਪਰੈਜ਼ੈਂਟ ਕੀਤੀਆਂ ਨੇ। ਅੱਗੇ ਅਗਰ ਆਪਾਂ ਗੱਲ ਕਰੀਏ ਅੱਜ ਦੇ ਲਾਸਟ ਟੌਪਿਕ ਦੀ, ਅੱਜ ਦਾ ਲਾਸਟ ਟੌਪਿਕ ਆਪਾਂ ਦੇਖਦੇ ਹਾਂ। ਇਸ ਤੋਂ ਬਾਅਦ ਇਸ ਵੀਡੀਓ ਨੂੰ ਇੱਥੇ ਹੀ ਖਤਮ ਕਰਾਂਗੇ ਤੇ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿ ਪ੍ਰਿੰਸੀਪਲਸ ਆਫ ਡਿਵੈਲਪਮੈਂਟ ਕਿਹੜੇ ਸੀ, ਜਿਹਦੇ ਨਾਲ ਆਪਣਾ ਟੌਪਿਕ ਜੋ ਹੈ ਉਹ ਕੰਪਲੀਟ ਹੋ ਜਾਏਗਾ। ਤੇ ਅੱਗੇ ਮੂਵਮੈਂਟ ਕਰਾਂਗੇ ਹੈਰੀਡਿਟੀ ਤੇ ਇਨਵਾਇਰਨਮੈਂਟ ਵੱਲ, ਠੀਕ ਹੈ ਜੀ। ਚਲੋ ਸਟਾਰਟ ਕਰਦੇ ਹਾਂ। ਟਾਈਪਸ ਆਫ ਡੂਇੰਗ ਰਿਸਰਚ, ਠੀਕ ਹੈ, ਛੋਟਾ ਜਿਹਾ ਟੌਪਿਕ ਹੈ, मैंने सोचा ਇਹਦੇ ਨਾਲ ਹੀ ਕੰਪਲੀਟ ਕਰਵਾ ਦਿੱਤਾ ਜਾਵੇ। ਤਾਂ ਟਾਈਪਸ ਆਫ ਡੂਇੰਗ ਰਿਸਰਚ ਕਿਹੜੀਆਂ ਨੇ, ਸਭ ਤੋਂ ਪਹਿਲਾਂ ਤਾਂ ਹੈਗੀ ਲੌਂਗੀਟਿਊਡਨਲ, ਦੂਸਰੀ ਹੈਗੀ ਕ੍ਰੋਸ ਸੈਕਸ਼ਨਲ। ਇਹਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ, ਲੌਂਗੀਟਿਊਡਨਲ
ਤੇ ਕ੍ਰੋਸ ਸੈਕਸ਼ਨਲ। ਦੇਖੋ ਫਸਟ ਦੇ ਵਿੱਚ ਨੇਮ ਤੋਂ ਕਲੀਅਰ ਹੈ, ਠੀਕ ਹੈ, ਕਿ ਜਿਹੜਾ ਟਾਈਮ ਪੀਰੀਅਡ ਹੈ ਉਹ ਲੰਬਾ ਹੁੰਦਾ ਹੈ। ਇਸ ਰਿਸਰਚ ਦੇ ਵਿੱਚ ਜੋ ਟਾਈਮ ਲੱਗਦਾ ਲੰਬਾ ਲੱਗਦਾ, ਠੀਕ ਹੈ, ਬਟ ਸੈਕਿੰਡ ਵਨ ਇਜ਼ ਸ਼ੋਰਟ ਟਾਈਮ ਪੀਰੀਅਡ, ਉਹਦੇ ਵਿੱਚ ਜੋ ਸਮਾਂ ਹੈ ਉਹ ਘੱਟ ਲੱਗਦਾ ਹੈ। ਆਲ ਐਸਪੈਕਟਸ ਨੇ ਉਹਨਾਂ ਨੂੰ ਡੀਪਲੀ ਸਟੱਡੀ ਕੀਤਾ ਜਾਂਦਾ ਹੈ। ਜਿਵੇਂ ਆਪਾਂ ਕਿਸੇ ਸਬਜੈਕਟ ਦੀ ਮਾਸਟਰਸ ਕਰ ਰਹੇ ਹਾਂ, ਠੀਕ ਹੈ, ਉਸ ਸਬਜੈਕਟ ਦੀ PhD ਕਰ ਰਹੇ ਹਾਂ, ਆਪਾਂ ਉਸ ਸਬਜੈਕਟ ਨੂੰ ਡੀਪਲੀ ਸਟੱਡੀ ਕਰ ਰਹੇ ਹਾਂ ਔਰ ਉਹਦੇ ਵਿੱਚ ਆਪਾਂ ਨੂੰ ਟਾਈਮ ਵੀ ਜ਼ਿਆਦਾ ਲੱਗਦਾ ਹੈ, ਠੀਕ ਹੈ, ਬਟ ਇਹਦੇ ਵਿੱਚ ਜਿਹੜੇ ਲਿਮਿਟਡ ਐਸਪੈਕਟਸ ਹੁੰਦੇ ਨੇ, ਠੀਕ ਹੈ, ਪਰਪਸ ਦੇ ਅਕੋਰਡਿੰਗ ਹੁੰਦਾ। ਪਰਪਸ ਦੇ ਅਕੋਰਡਿੰਗ ਆਪਾਂ ਕਹਿ ਸਕਦੇ ਹਾਂ ਕਿ ਜਿੰਨਾ ਆਪਾਂ ਨੂੰ ਚਾਹੀਦਾ ਜਸਟ ਓਨਾ ਕੁ ਸਟੱਡੀ ਕਰੋ, ਜ਼ਿਆਦਾ ਡੀਪਲੀ ਸਟੱਡੀ ਕਰਨ ਦੀ ਜ਼ਰੂਰਤ ਨਹੀਂ ਹੈ। ਉਹ ਚੀਜ਼ਾਂ ਕਿਹਦੇ ਵਿੱਚ ਆ ਜਾਂਦੀਆਂ ਨੇ, ਕ੍ਰੋਸ ਸੈਕਸ਼ਨਲ ਸਟੱਡੀ ਦੇ ਵਿੱਚ ਆ ਜਾਂਦੀਆਂ ਨੇ। ਆਈ ਹੋਪ ਤੁਸੀਂ ਦੋਨਾਂ ਨੂੰ ਕਲੀਅਰਲੀ ਸਮਝ ਰਹੇ ਹੋਵੋਗੇ ਕਿ ਹਰ ਐਸਪੈਕਟ ਨੂੰ ਡੀਪਲੀ ਸਟੱਡੀ ਕਰਨਾ ਕਿਹਦੇ ਇੱਕ ਪਾਰਟ ਹੁੰਦਾ। ਲੌਂਗੀਟਿਊਡਨਲ ਦਾ ਡੀਪਲੀ ਸਟੱਡੀ ਕਰ ਰਹੇ ਹਾਂ, ਜਿਹਦੇ ਕਰਕੇ ਆਪਾਂ ਨੂੰ ਟਾਈਮ ਜ਼ਿਆਦਾ ਵੀ ਆਪਾਂ ਕਹਿ ਸਕਦੇ ਕਿ ਲੌਂਗ ਟਾਈਮ ਪੀਰੀਅਡ ਹੈ, ਬਟ ਉਹਦੇ ਵਿੱਚ ਲਿਮਿਟਡ ਜਿਹੇ ਹੁੰਦੇ ਨੇ। ਜਿੰਨਾ ਕੁ ਆਪਣਾ ਪਰਪਸ ਆ ਉਹਨਾਂ ਕੁ ਸਟੱਡੀ ਕਰੋ। ਫੋਰ ਐਗਜ਼ਾਮਪਲ ਆਪਾਂ ਨਿਊਜ਼ਪੇਪਰ ਪੜ੍ਹ ਰਹੇ ਹਾਂ, ਆਪਾਂ ਨੂੰ ਕਿ ਜੋ ਨਿਊਜ਼ ਚਾਹੀਦੀ ਆ ਆਪਾਂ ਜਸਟ ਉਹਦੇ ਅਕੋਰਡਿੰਗ ਥੋੜ੍ਹਾ ਦੇਖਾਂਗੇ। ਅਗਰ ਆਪਾਂ ਨੇ ਉਹਦੀ ਜ਼ਿਆਦਾ ਡੀਪ ਸਟੱਡੀ ਕਰਨੀ ਹੈ ਤਾਂ ਆਪਾਂ ਉਹਦੇ ਬਾਅਦ ਅੱਗੇ ਇੰਟਰਨੈਟ 'ਤੇ ਸਰਚ ਕਰਾਂਗੇ ਤਾਂ ਹੋਰ ਬੁੱਕਸ ਤੋਂ ਦੇਖਾਂਗੇ, ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਸੇਮ ਏਜ ਗਰੁੱਪ, ਇਹਦੇ ਵਿੱਚ ਸੇਮ ਏਜ ਗਰੁੱਪ ਦੇ ਜੋ ਮੈਂਬਰਸ ਨੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਏਜ ਗਰੁੱਪਸ ਏਜ ਆਪਾਂ ਕਹਿ ਸਕਦੇ ਕਿ ਏਜਮੇਟਸ ਹੁੰਦੇ ਨੇ, ਠੀਕ ਹੈ, ਬਟ ਇਹਦੇ ਵਿੱਚ ਡਿਫਰੈਂਟ ਵੀ ਹੋ ਸਕਦੇ ਨੇ, ਠੀਕ ਹੈ, ਅਲੱਗ-ਅਲੱਗ ਏਜ। ਔਰ ਇਹਦੇ ਵਿੱਚ ਕੀ ਹੁੰਦਾ, ਫਰੈਸ਼ ਡਾਟਾ ਹੁੰਦਾ। ਜਿਵੇਂ ਨਿਊਜ਼ਪੇਪਰ ਦੀ ਮੈंने ਐਗਜ਼ਾਮਪਲ ਦਿੱਤੀ ਸੀ ਤਾਂ ਹਰ ਰੋਜ਼ ਉੱਥੇ ਆਪਾਂ ਨੂੰ ਫਰੈਸ਼ ਡਾਟਾ ਨਜ਼ਰ ਆਉਂਦਾ, ਬਟ ਲੌਂਗੀਟਿਊਡਨਲ 'ਚ ਉਹ ਚੀਜ਼ ਨਹੀਂ ਹੁੰਦੀ। ਅਗਰ ਆਪਾਂ ਡੀਪਲੀ ਸਟੱਡੀ ਕਰ ਰਹੇ ਹਾਂ ਤਾਂ ਉਹ ਮਤਲਬ ਹੋ ਸਕਦਾ ਕਈ ਸਾਲਾਂ ਤੋਂ ਉਹੀ ਇਨਫੋਰਮੇਸ਼ਨ ਆਪਾਂ ਨੂੰ ਦੇਖਣ ਨੂੰ ਮਿਲਦੀ ਹੋਵੇ, ਠੀਕ ਹੈ। ਤਾਂ ਇਹ ਜੋ ਦੋ ਟਾਈਪਸ ਸੀਗੀਆਂ ਉਹ ਤੁਹਾਡੇ ਸਾਹਮਣੇ ਰਿਪਰੈਜ਼ੈਂਟ ਕੀਤੀਆਂ ਨੇ। ਉਮੀਦ ਹੈ ਤੁਹਾਨੂੰ ਪ੍ਰੋਪਰਲੀ ਇਹ ਜੋ ਪੂਰਾ ਦਾ ਪੂਰਾ ਟੌਪਿਕ ਆ ਉਹ ਕਲੀਅਰ ਹੋ ਗਿਆ ਹੋਏਗਾ, ਚੰਗਾ ਲੱਗਿਆ ਹੋਏਗਾ, ਠੀਕ ਹੈ। ਅੱਜ ਆਪਾਂ ਥੋੜ੍ਹਾ ਜਿਹਾ ਓਵਰਵਿਊ ਲੈ ਲੈਂਦੇ ਹਾਂ ਕਿ ਆਪਾਂ ਕੀ ਸਟੱਡੀ ਕੀਤਾ ਪ੍ਰੋਪਰਲੀ। ਇੱਕ ਟੇਬਲ ਤੁਹਾਡੇ ਸਾਹਮਣੇ ਬਣਾਇਆ ਸੀ ਮੈਂ, ਠੀਕ ਹੈ ਜੀ। ਅਡੋਲਸੈਂਸ ਪੀਰੀਅਡ ਆਪਾਂ ਦੇਖਿਆ ਕੀ ਹੁੰਦਾ, ਅਡਲਟਹੁੱਡ, ਓਲਡ ਏਜ, ਠੀਕ ਹੈ। ਈਬੀ ਹੌਲੁਕ ਦੇ ਅਕੋਰਡਿੰਗ 9 ਸਟੇਜਿਸ ਹੁੰਦੀਆਂ ਨੇ, ਉਹਨਾਂ ਸਟੇਜਿਸ ਦਾ ਟਾਈਮ ਪੀਰੀਅਡ ਦੇਖਿਆ, ਠੀਕ ਹੈ। ਉਸ ਤੋਂ ਬਾਅਦ ਉਹਨਾਂ ਦੀਆਂ ਬੁੱਕਸ ਦੇਖੀਆਂ ਅਤੇ ਕਿਸ ਤਰੀਕੇ ਨਾਲ ਆਪਾਂ ਰਿਸਰਚ, ਦੋ ਤਰੀਕੇ ਨੇ ਜਿਹੜੇ ਉਹਨਾਂ ਨਾਲ ਆਪਾਂ ਨੇ ਉਹਨੂੰ ਸਟੱਡੀ ਕੀਤਾ। ਇਸ ਤੋਂ ਬਾਅਦ ਆਪਣਾ ਜੋ ਇੱਕ ਹੋਰ ਲੈਕਚਰ ਲੱਗੇਗਾ ਇਹਦੇ 'ਤੇ, ਉਸ ਤੋਂ ਬਾਅਦ ਇਹ ਟੌਪਿਕ ਵੀ ਕੰਪਲੀਟ ਹੋ ਜਾਏਗਾ, ਠੀਕ ਹੈ। ਕੋਸ਼ਿਸ਼ ਕੀਤੀ ਜਾਏਗੀ ਕਿ ਜਲਦੀ ਹੀ ਜੋ ਤੁਹਾਡਾ ਸਿਲੇਬਸ ਹੈ ਉਹ ਕਰਵਾਇਆ ਜਾਵੇ, ਕਿਉਂਕਿ PSTET ਅਗਰ ਹੁੰਦਾ ਹੈ, ਠੀਕ ਹੈ, ਅਗਰ ਤਾਂ ਮਾਸਟਰ ਕੈਡਰ ਤੋਂ ਪਹਿਲਾਂ ਹੁੰਦਾ ਹੈ, ਜੋ ਕਿ ਮਾਸਟਰ ਕੈਡਰ ਹੁਣ ਆਉਣਾ ਹੈ, ਅਗਰ ਉਸ ਤੋਂ ਪਹਿਲਾਂ ਹੁੰਦਾ ਹੈ ਤਾਂ ਚਾਂਸਿਸ ਨੇ ਕਿ ਸ਼ਾਇਦ ਜੂਨ ਜੁਲਾਈ ਤੱਕ ਈਜ਼ੀਲੀ ਜਾਂ ਫਿਰ ਮਈ ਜੂਨ ਤੱਕ ਹੋ ਜਾਏਗਾ। ਬਟ ਅਗਰ ਨਹੀਂ ਹੁੰਦਾ ਮਾਸਟਰ ਕੈਡਰ ਤੋਂ ਪਹਿਲਾਂ ਕੁਛ ਐਵੇਂ ਦਾ ਅਗਰ ਆਪਾਂ ਦੇਖ ਲੈਂਦੇ ਹਾਂ ਤਾਂ ਹੋ ਸਕਦਾ ਹੈ ਕਿ ਲੇਟ ਹੋ ਜਾਵੇ, ਬਟ ਜ਼ਿਆਦਾਤਰ ਚਾਂਸਿਸ ਇਹੀ ਨੇ ਕਿ ਸ਼ਾਇਦ ਮਾਸਟਰ ਕੈਡਰ ਤੋਂ ਪਹਿਲਾਂ ਇੱਕ ਵਾਰ PSTET ਜ਼ਰੂਰ ਹੋਏਗਾ। ਬਾਕੀ ਪੰਜਾਬ ਦੀ ਸਰਕਾਰ ਹੈ, ਕੁਛ ਵੀ ਹੋ ਸਕਦਾ, ਠੀਕ ਹੈ, ਬਟ ਆਪਾਂ ਆਪਣੀ ਤਿਆਰੀ ਕਰਦੇ ਰਹੀਏ। 50% ਚਾਂਸਿਸ ਅਗਰ ਆਪਾਂ ਲੈ ਕੇ ਚੱਲਦੇ ਹਾਂ ਤਾਂ ਵੀ ਆਪਾਂ ਨੂੰ ਜੋ ਆਪਣੀ ਪ੍ਰੈਪਰੇਸ਼ਨ ਹੈ ਉਹ ਨਹੀਂ ਛੱਡਣੀ ਚਾਹੀਦੀ, ਠੀਕ ਹੈ ਜੀ। ਬਾਕੀ ਪੈਟਰਨ ਵੀ ਹੈ ਜੋ ਕੁਛ ਚੇਂਜ ਹੋਏਗਾ, ਹਾਲੇ ਤੱਕ ਆਫੀਸ਼ੀਅਲੀ ਜੋ ਪੈਟਰਨ ਹੈ ਉਹ ਨਹੀਂ ਆਇਆ, ਬਟ CDP, ਠੀਕ ਹੈ, ਜ਼ਰੂਰ ਆਏਗੀ। CDP ਦੇ ਵਿੱਚ ਅਗਰ ਆਪਾਂ ਕਹੀਏ ਇਹ ਤਾਂ ਇੰਪੋਰਟੈਂਟ ਹੈ, ਇਹਨੂੰ ਆਪਾਂ ਐਵੇਂ ਨਹੀਂ ਕਹਿ ਸਕਦੇ ਕਿ ਛੋੜ ਦਾਂਗੇ। ਬਾਕੀ ਤੁਹਾਡਾ ਜੋ ਮੇਨ ਸਬਜੈਕਟ ਹੈ, ਜਿਵੇਂ ਅਗਰ ਤੁਸੀਂ ਮੈਥ ਨਾਲ ਪ੍ਰੈਪਰੇਸ਼ਨ ਕਰ ਰਹੇ ਹੋ, ਸਾਇੰਸ ਨਾਲ ਕਰ ਰਹੇ ਹੋ, ਤਾਂ ਜੋ ਤੁਹਾਡਾ ਸਬਜੈਕਟ ਹੈ ਉਹ ਵੀ ਤੁਸੀਂ ਪ੍ਰੋਪਰ ਪ੍ਰੈਪਰੇਸ਼ਨ ਕਰੋ, ਉਹ ਵੀ 100% ਆਏਗਾ ਹੀ ਆਏਗਾ। ਪੈਟਰਨ ਦੇ ਵਿੱਚ ਥੋੜ੍ਹਾ ਬਹੁਤ ਚੇਂਜ ਹੋ ਸਕਦਾ ਹੈ। ਲੈਂਗੁਏਜਿਸ ਨੇ, ਪੰਜਾਬੀ ਲੈਂਗੁਏਜ, ਇੰਗਲਿਸ਼ ਲੈਂਗੁਏਜ, ਹੋ ਸਕਦਾ ਹੈ ਉਹਨਾਂ ਦੇ ਨੰਬਰ ਥੋੜ੍ਹੇ ਉੱਪਰ ਨੀਚੇ ਕਰਕੇ ਥੋੜ੍ਹਾ ਬਹੁਤ ਪੈਟਰਨ ਦੇ ਵਿੱਚ ਚੇਂਜ ਹੋ ਸਕੇ, ਬਟ ਇਹ ਜੋ ਚੀਜ਼ਾਂ ਨੇ ਇਹਨਾਂ ਦੀ ਜੋ ਪ੍ਰੈਪਰੇਸ਼ਨ ਕਰਨੀ ਨਾ ਛੱਡੋ। ਇੰਗਲਿਸ਼ ਪੰਜਾਬੀ ਦੀ ਵੀ ਕਰੋ, ਬਟ ਥੋੜ੍ਹਾ ਬਹੁਤ ਹੋ ਸਕਦਾ ਹੈ ਤੁਹਾਨੂੰ GK ਜਾਂ ਫਿਰ ਅਗਰ ਆਪਾਂ ਗੱਲ ਕਰੀਏ ਰੀਜ਼ਨਿੰਗ, ਇਹ ਚੀਜ਼ਾਂ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਣ। ਕੀ ਹੋਏਗਾ ਕੀ ਨਹੀਂ ਕੁਛ ਨਹੀਂ ਕਿਹਾ ਜਾ ਸਕਦਾ, ਉਹ ਅੱਗੇ ਦੇਖਣ ਨੂੰ ਮਿਲੇਗਾ, ਬਟ ਇਹ ਪ੍ਰੈਪਰੇਸ਼ਨ ਅਗਰ ਆਪਾਂ ਕਹੀਏ ਤਾਂ ਕਰਨੀ ਜ਼ਰੂਰੀ ਹੈ, ਠੀਕ ਹੈ ਜੀ। ਇਹਨਾਂ ਨੂੰ ਨਾ ਛੱਡੋ ਇਹ ਸੋਚ ਕੇ ਕਿ ਪੈਟਰਨ ਦੇ ਵਿੱਚ ਚੇਂਜ ਆਏਗਾ, ਇਹ ਤਾਂ 100% ਆਉਣਗੇ ਹੀ ਆਉਣਗੇ। ਨੰਬਰਾਂ ਦੇ ਵਿੱਚ ਥੋੜ੍ਹਾ ਉੱਪਰ ਨੀਚੇ ਹੋ ਸਕਦਾ, ਨੰਬਰਾਂ ਨੂੰ ਘਟਾ ਸਕਦੇ ਨੇ ਜਾਂ ਵਧਾ ਸਕਦੇ ਨੇ, ਜਿਵੇਂ ਪਹਿਲਾਂ 30 ਮਾਰਕਸ ਦੀ ਸੀ, ਹੋ ਸਕਦਾ 25, ਇਸ ਤਰੀਕੇ ਨਾਲ ਕੁਛ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ। ਤਾਂ ਚਲੋ ਕੋਈ ਗੱਲ ਨਹੀਂ, ਅੱਗੇ ਆਪਾਂ ਕਰਾਂਗੇ ਨੈਕਸਟ ਨੈਕਸਟ ਵੀਡੀਓ ਦੇ ਵਿੱਚ। ਅੱਜ ਲਈ ਬਸ ਇੰਨਾ ਨਹੀਂ। ਤਾਂ ਜੇਕਰ ਤੁਹਾਨੂੰ ਅੱਛਾ ਲੱਗਾ ਇਨਫੋਰਮੇਸ਼ਨ, ਅੱਛੀ ਲੱਗੀ ਵੀਡੀਓ ਤਾਂ ਇਸਨੂੰ ਜ਼ਰੂਰ ਸ਼ੇਅਰ ਕਰੋ, ਲਾਈਕ ਕਰੋ, ਠੀਕ ਹੈ ਜੀ। ਤਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਅੱਜ ਲਈ ਬਸ ਇੰਨਾ ਹੀ। ਥੈਂਕ ਯੂ।